ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ। ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਨਾ ਨਿਧਾਨ ਹਜੂਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਆਪ ਗੁਰਮੁਖ ਪਿਆਰੇ ਜੁੜ ਬੈਠੇ ਹੋ। ਗੁਰੂ ਕੀ ਬਾਣੀ ਦਾ ਕੀਰਤਨ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕਰਕੇ ਆਪਣੇ ਸਵਾਸ ਆਪਣਾ ਸਮਾਂ ਸਫਲਾ ਕੀਤਾ ਹੈ। ਅੱਜ ਸਾਰੀਆਂ ਫੌਜਾਂ ਨੇ ਸਾਧ ਸੰਗਤ ਜੀ ਦੁਸਹਿਰਾ ਮਨਾਉਂਦੇ ਹੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੀਰ ਰਸੀ ਬਾਣੀ ਦੇ ਜਾਪ ਕੀਤੇ ਹਨ, ਸ਼ਾਸਤਰ ਪ੍ਰਕਾਸ਼ ਕੀਤੇ ਗਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇੱਕ ਸਿਧਾਂਤ ਬਖਸ਼ਿਸ਼ ਕੀਤਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ, ਫਿਰ ਸ਼ਾਸਤਰਾਂ ਨੂੰ ਸਾਧ ਸੰਗਤ ਜੀ ਆਪਣੇ ਪੀਰ ਜਾਣ ਕੇ ਉਹਨਾਂ ਦਾ ਅਦਬ ਸਤਿਕਾਰ ਕਰਨਾ। ਸਾਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਫਿਰ ਉਵੇਂ ਵੀ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਇੱਕ ਸਿਧਾਂਤ ਹੈ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖਾਂ ਨੇ ਉਹਨਾਂ ਦੇ ਨਾਲ ਰਹਿ ਕੇ ਜੋ ਅਨੁਭਵ ਕੀਤਾ, ਉਹਨਾਂ ਨੇ ਸਾਧ ਸੰਗਤ ਜੀ ਇਹ ਬਚਨ ਕੀਤੇ ਨੇ। ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਸਿਧਾਂਤ ਨੂੰ ਉਹਨਾਂ ਨੇ ਪ੍ਰਗਟ ਕੀਤਾ। ਬਿਨਾਂ ਸ਼ਸਤਰ ਕੇ ਸੰਗ ਨ ਦਿਓ ਦੀਦਾਰੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਨ ਤਾਕੇ ਕਿਤੇ ਲੈ ਸਦਾਨੋ। ਕਹਿੰਦੇ ਨੇ ਗੁਰਮੁਖੋ, ਜਿਸ ਸਿੱਖ ਦੀ ਨਿਸ਼ਾਨੀ ਤੁਸੀਂ ਦੇਖਣੀ ਹੋਵੇ ਤੇ ਉਹਦਾ ਸਿੱਖੀ ਸਰੂਪ ਤੇ ਉਹਦੇ ਕੋਲ ਜਿਹੜੇ ਸ਼ਾਸਤਰ ਨੇ ਦੱਸਣਗੇ ਭਾਈ ਇਹ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ ਹੈ। ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ 10ਵੇਂ ਪਾਤਸ਼ਾਹ ਜੀ ਦਾ ਪੁੱਤਰ ਹਾਂ। ਉਸਦੇ ਸਰੂਪ ਨੂੰ ਦੇਖ ਕੇ ਪਤਾ ਲੱਗ ਜਾਏਗਾ ਇਹ ਕਲਗੀਧਰ ਪਾਤਸ਼ਾਹ ਜੀ ਦਾ ਸਪੁੱਤਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਹੈ। ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਜਿਹੜਾ ਆਪਾਂ ਨੂੰ ਸਿਧਾਂਤ ਦਿੱਤਾ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਸਾਡੀ ਤਾਰ ਸਿੱਧੀ ਪਰਮੇਸ਼ਰ ਨਾਲ ਜੋੜ ਦਿੱਤੀ ਤੇ ਬਚਨ ਕੀਤੇ ਨੇ, ਬਿਨ ਕਰਤਾਰ ਨ ਕਿਰਤਮ ਮਾਨੋ। ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਕਰਤਾਰ ਤੋਂ ਬਿਨਾਂ ਉਹਦੀ ਕਿਰਤ ਨੂੰ ਸਾਧ ਸੰਗਤ ਜੀ ਖਾਲਸਾ ਨਹੀਂ ਮੰਨਦਾ, ਉਹ ਸਿੱਧਾ ਕਰਤੇ ਨੂੰ ਮੰਨਦਾ। ਬਹੁਤ ਸਾਰੇ ਸੰਸਾਰ ਤੇ ਗੁਰੂ ਸਾਹਿਬ ਜੀ ਦਾ ਅਵਤਾਰ ਲੈਣ ਤੋਂ ਪਹਿਲਾਂ ਪਰਮੇਸ਼ਰ ਦੀ ਕਿਰਤ ਨੂੰ ਪੂਜਿਆ ਜਾਂਦਾ ਸੀ। ਕੋਈ ਸੂਰਜ ਦਾ ਪੁਜਾਰੀ ਹੈ, ਕੋਈ ਚੰਦਰਮਾ ਦਾ ਪੁਜਾਰੀ ਸੀ, ਕੋਈ ਅੱਗ ਦਾ ਪੁਜਾਰੀ ਹੈ, ਕੋਈ ਹਵਾ ਦਾ ਪੁਜਾਰੀ ਸੀ, ਕੋਈ ਪਾਣੀ ਨੂੰ ਦੇਵਤਾ ਕਰਕੇ ਪੂਜਦਾ ਸੀ। ਪਰ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਐਸੀ ਕਿਰਪਾ ਕੀਤੀ, ਜਦੋਂ ਖਾਲਸੇ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਇਹ ਜੋ ਜਿਹਨੂੰ ਆਪਾਂ ਕਹਿੰਦੇ ਆਖਰੀ ਟੱਚ, ਜਿਹੜਾ ਇਹ ਖਾਲਸੇ ਦੇ ਸਿੱਖੀ ਸਰੂਪ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਉਹ ਪੌਦਾ ਜਦੋਂ ਫਲਦਾਰ ਹੋਇਆ, ਜਿਸ ਦਾ ਬੀਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਬੀਜਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਦੀ ਸੰਪੂਰਨਤਾ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕੀਤੀ ਤੇ ਨਾਲ ਇਹ ਬਚਨ ਕਰ ਦਿੱਤੇ ਸੀ ਵੀ ਸਾਡਾ ਜਿਹੜਾ ਖਾਲਸਾ ਗੁਰਮੁਖੋ ਇਹ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਹੈ, ਇਹ ਪਰਮੇਸ਼ਰ ਨੂੰ ਮੰਨਣ ਵਾਲਾ ਹੋਵੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਇੱਥੇ ਗੁਰਮੁਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਪੜ੍ਹੀ, ਜਾਪ ਕੀਤੇ। ਆਪਣੇ ਤਰੀਕੇ ਨਾਲ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਿਧਾਂਤ ਆਪਾਂ ਨੂੰ ਬਖਸ਼ਿਸ਼ ਕੀਤਾ, ਉਹਦੇ ਅਨੁਸਾਰ ਸਾਧ ਸੰਗਤ ਜੀ ਇਸ ਪਵਿੱਤਰ ਦਿਹਾੜੇ ਨੂੰ ਗੁਰੂ ਕੀਆਂ ਸਿੱਖਾਂ ਨੇ, ਆਪ ਸੰਗਤਾਂ ਨੇ ਸ਼ਾਮਲ ਹੋ ਕੇ ਮਨਾਇਆ, ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕੀਤੀ। ਸਤਿਗੁਰੂ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਜੋ ਕੁਝ ਉਸ ਵੇਲੇ ਸੰਸਾਰ ਤੇ ਚੱਲਦਾ ਸੀ, ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਖੂਕ ਮਾਲ ਹਾਰੀ ਗਾਦ ਗਧਾ ਵਿਭੂਤ ਧਾਰੀ ਗਿਦੂਆ ਮਸਾਨ ਬਾਸ ਕਰੇ ਹੋਈ ਕਰਤ ਹੈ। ਇਹ ਸਮਝ ਲਓ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਹੀ ਬਚਨਾਂ ਦੀ ਵਿਆਖਿਆ ਜਾਂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਉੱਪਰ ਮੋਹਰ ਲਾਈ, ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੁਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਸਤਰ ਨਾ ਪਹਿਰੇ ਐਨਸ ਕਾਰੇ, ਮੋਨ ਮਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰ ਸ਼ਾਈ ਪਾਈ। ਤੇ ਫਿਰ ਕਹਿੰਦੇ ਨੇ ਵਿਣ ਨਾ ਆਵੇ ਕਿਸ ਥਾਏ ਨਾ ਪਾਈ। ਨਾਮ ਤੋਂ ਬਿਨਾਂ ਕੁਝ ਵੀ ਸਾਧ ਸੰਗਤ ਜੀ ਕੀਤਾ ਹੋਇਆ ਕਰਮ ਕਾਂਡ ਥਾਏ ਨਹੀਂ ਪੈਂਦਾ। ਇਹ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਉੱਪਰ ਹੀ ਸਾਧ ਸੰਗਤ ਜੀ ਮੋਹਰ ਲਾਈ ਨੇ। ਤੇ ਮਹਾਰਾਜ ਕਹਿੰਦੇ ਨੇ ਬਹੁਤ ਭੇਖ ਲੋਕ ਕਰਦੇ ਸਨ, ਵੱਖ-ਵੱਖ ਭੇਖ ਸਨ, ਅੱਜ ਵੀ ਚੱਲਦੇ ਨੇ ਬਹੁਤ ਘਰਾਂ ਦੇ, ਪਰ ਜਿਸ ਵਿੱਚ ਸਾਧ ਸੰਗਤ ਜੀ ਨਾਮ ਸ਼ਾਮਲ ਹੋਵੇਗਾ ਉਹ ਹੀ ਭੇਖ ਸੰਪੂਰਨ ਹੈ, ਕਿਸੇ ਵੀ ਭੇਖ ਦੀ ਨਿੰਦਿਆ ਨਹੀਂ। ਜਿੰਨੀਆਂ ਸੰਪਰਦਾਵਾਂ ਨੇ, ਜਿੰਨੀਆਂ ਜਥੇਬੰਦੀਆਂ ਨੇ ਖਾਲਸੇ ਪੰਥ ਦੀਆਂ, ਉਹ ਸਾਰੀਆਂ ਸਮਝ ਲਓ ਵੀ ਇੱਕ ਗੁਲਦਸਤੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹੁੰਦੇ ਆ, ਪਰ ਉਹ ਹੀ ਭੇਖ ਪ੍ਰਵਾਨ ਮੰਨਿਆ ਜਾਵੇਗਾ ਜਿਸ ਵਿੱਚ ਨਾਮ ਦੀ ਚਰਚਾ ਤੇ ਵਿਆਖਿਆ ਨਾਲ ਨਾਲ ਚੱਲੇਗੀ। ਨਾਮ ਨੂੰ ਛੱਡ ਕੇ ਨਾ ਕੋਈ ਤੀਰਥ ਰਹਿ ਜਾਂਦਾ ਤੇ ਨਾ ਕੋਈ ਭੇਖ ਹੀ ਰਹਿ ਜਾਂਦਾ। ਜਿਸ ਤੀਰਥ ਉੱਪਰ ਵੀ ਪਾਣੀ ਦੇ ਨਾਲ ਬਾਣੀ ਹੋਵੇਗੀ, ਉਸ ਤੀਰਥ ਦਾ ਸਾਧ ਸੰਗਤ ਜੀ ਮੰਡਣਾ ਹੈ, ਤੇ ਨਹੀਂ ਤੇ ਬਾਕੀ ਤੀਰਥਾਂ ਦਾ ਖੰਡਣ ਹੈ।
ਕਿਉਂਕਿ ਮੁੱਖ ਮਨੋਰਥ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਸੱਚੇ ਪਾਤਸ਼ਾਹ ਜੀ ਨੇ ਜੋੜਿਆ। ਉਹਨਾਂ ਨੇ ਆਖਿਆ ਦੇਖੋ ਖੂਕ ਮਾਲ ਹਾਰੀ ਗਦ ਗਦ ਹਾਵੇ ਭੂਤ ਤਾਰੀ ਗਿਦੂਆ ਮਸਾਨ ਵਾਸ ਕਰਿਓ ਹੀ ਕਰਤ ਹੈ। ਜੇ ਕਿਤੇ ਭੇਖ ਧਾਰਨ ਕਰਕੇ ਗੁਰਮੁਖੋ ਬ੍ਰਹਮ ਗਿਆਨ ਆਉਣਾ ਹੁੰਦਾ ਤੇ 10ਵੇਂ ਪਾਤਸ਼ਾਹ ਜੀ ਦੇ ਬਚਨ ਨੇ ਵੀ ਫਿਰ ਸਭ ਤੋਂ ਪਹਿਲਾਂ ਇੱਕ ਭੇਖ ਪ੍ਰਚਲਿਤ ਸੀ ਵੀ ਲੋਕ ਆਪਣੇ ਸਿਰ 'ਚ ਵੀ ਸਵਾਹ ਪਾ ਲੈਂਦੇ, ਪਿੰਡੇ ਤੇ ਵੀ ਸਵਾਹ ਮਲਦੇ। ਹਾਲਾਂਕਿ ਇਹਦਾ ਖੰਡਨ ਸਿਰਫ ਉਹ ਭੇਖ ਇਕੱਲਾ ਰਹਿ ਜਾਣ ਕਰਕੇ ਖੰਡਨ ਹੈ, ਉਵੇਂ ਸ਼ੁਰੂ 'ਚ ਇਹਦਾ ਖੰਡਨ ਨਹੀਂ ਸੀ। ਸ਼ੁਰੂ ਵਿੱਚ ਜਿਹੜੀ ਸਰੀਰ ਤੇ ਸਵਾਹ ਮਲਣੀ ਸੀ ਇਹ ਕੋਈ ਭੇਖ ਵਜੋਂ ਜਾਂ ਪਖੰਡ ਵਜੋਂ ਨਹੀਂ ਸੀ। ਅਸਲ ਵਿੱਚ ਤੇ ਉਹਨਾਂ ਗੁਰਮੁਖਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਤਪਸਵੀ ਲੋਕਾਂ ਨੇ ਇਹ ਭੇਖ ਤਾਂ ਤੋਰਿਆ ਸੀ ਭਈ ਸਿਰ ਪਿੰਡੇ ਤੇ ਮਲੀ ਹੋਈ ਸਵਾਹ ਦੇਖ ਕੇ ਅਖੀਰ ਬੰਦੇ ਨੂੰ ਇਹ ਚੇਤਾ ਹੋਣਾ ਚਾਹੀਦਾ ਵੀ ਇੱਕ ਦਿਨ ਇਸ ਸਰੀਰ ਨੇ ਸਵਾਹ ਦੀ ਮੁੱਠ ਹੋ ਜਾਣਾ, ਉਸ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਜਾਏ। ਪਰ ਬਾਅਦ ਵਿੱਚ ਇਕੱਲਾ ਭੇਖ ਰਹਿ ਗਿਆ। ਫਿਰ ਲੋਕਾਂ ਨੇ ਸਿਰ 'ਚ ਸਵਾਹ ਪਾਉਣ ਨੂੰ ਤੇ ਪਿੰਡੇ ਤੇ ਸਵਾਹ ਮਲਣ ਨੂੰ ਸਾਧ ਸੰਗਤ ਜੀ ਉਹਨਾਂ ਨੇ ਮੰਨ ਲਿਆ ਵੀ ਇੱਕ ਤਪੱਸਿਆ ਜੀ, ਇੱਕ ਬੰਦਗੀ ਹੈ। ਕਿਉਂਕਿ ਜਿੰਨਾ ਸਰੀਰ ਨੂੰ ਕੋਈ ਦੁੱਖ ਦੇ ਸਕਦਾ ਸੀ ਓਨਾ ਹੀ ਸਮਝਦੇ ਸੀ ਵੀ ਇਹ ਵੱਡਾ ਤਪਸਵੀ ਹੈ ਜੀ। ਕੋਈ ਪੁੱਠਾ ਲਟਕਦਾ ਸੀ, ਕੋਈ ਸਰਦੀਆਂ 'ਚ ਜਲ ਧਾਰੇ ਕਰਦਾ ਸੀ, ਉਹ ਗਰਮੀਆਂ 'ਚ ਧੂਣੀਆਂ ਤਪਾਉਂਦਾ ਸੀ। ਜਿੰਨਾ ਦੇਹ ਨੂੰ ਦੁੱਖ ਦੇ ਲੈਂਦੇ ਸੀ ਕਹਿੰਦੇ ਸੀ ਉਹਨਾਂ ਵੱਡਾ ਤਪਸਵੀ। ਮਹਾਰਾਜ ਜੀ ਨੇ ਆਖਿਆ ਉਹ ਦੇਹ ਨਾਲ ਦੰਗਲ ਕਰਨ ਦਾ ਨਾਮ ਗੁਰਮੁਖੋ ਤਪੱਸਿਆ ਨਹੀਂ ਹੁੰਦੀ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ, ਜਪਣਾ, ਉਹਦੇ ਦਿੱਤੇ ਸਿਧਾਂਤਾਂ ਤੇ ਚੱਲਣਾ ਅਸਲ ਨਾਮ ਬੰਦਗੀ ਦਾ ਹੈ। ਜਦੋਂ ਇਕੱਲਾ ਭੇਖ ਰਹਿ ਜਾਂਦਾ ਤੇ ਫਿਰ ਨਹੀਂ। ਬਹੁਤ ਸਾਰੇ ਵਿਦਵਾਨ ਪੁਰਸ਼ਾਂ ਦੇ ਸਾਧ ਸੰਗਤ ਜੀ ਇਹ ਬਚਨ ਉਹ ਕਹਿੰਦੇ ਪ੍ਰਥਮ ਯੁੱਗ ਮੈਂ ਤਾਪ ਕੋ ਤਾਪੈ ਸੁਦਾ ਵਿਪਾਸਾ ਸਹਿ ਕਰ ਸੋਏ ਪੰਚਾਂਗਨ ਤਾਪੈ ਜਲ ਪੈਠੈ ਬਰਖਾ ਸਹਿ ਨਗਨ ਤਨ ਹੋਏ ਏਕ ਚਰਨ ਪਰ ਠਾਡੇ ਹੋਵਤ ਊਰਧ ਬਾਹੂ ਕਿਤੇ ਕਰੰਤ ਕੈ ਲਟਕਟ ਹੈ ਉਲਟੇ ਪਾਕਰ ਚਾਹੇ ਪ੍ਰਸੰਨ ਹੋਏ ਭਗਵੰਤ। ਇਹ ਅਣਭਵੀ ਪੁਰਖਾਂ ਦੇ ਸਾਧ ਸੰਗਤ ਜੀ ਬਚਨ ਹੈ। ਉਹ ਕਹਿੰਦੇ ਤੁਸੀਂ ਦੇਖ ਲਓ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਕੀ ਕੁਝ ਚੱਲਦਾ ਸੀ, ਜਿਸ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚ ਕੇ ਲਿਆ ਕੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਆਪਣੀ ਉਮਤ ਨੂੰ ਜੋੜਿਆ। ਉਵੇਂ ਤਾਂ ਸੰਸਾਰ ਦੇ ਸਾਰੇ ਦੇ ਭਲੇ ਲਈ ਸਤਿਗੁਰੂ ਜੀ ਦੇ ਬਚਨ ਨੇ, ਪਰ ਭਲਾ ਹੋਣਾ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਬਚਨ ਮੰਨਣੇ ਆ। ਜਿਨ੍ਹਾਂ ਮੰਨਣੇ ਨਹੀਂ ਉਹਨਾਂ ਵਾਸਤੇ ਸਾਧ ਸੰਗਤ ਜੀ ਗੁਰੂ ਕੀ ਬਾਣੀ ਵਿੱਚ ਗੁਰੂ ਕੀ ਬਾਣੀ ਨਹੀਂ ਹੁੰਦੀ। ਉਹ ਤਾਂ ਕਰੀ ਜਾਂਦੇ ਵੱਧ ਘੱਟ ਖੰਡਣ ਮੰਡਣ ਜੋ ਮਰਜੀ। ਮੰਨਣ ਵਾਲਿਆਂ ਵਾਸਤੇ ਗੁਰਬਾਣੀ ਆ ਨਾ, ਜਿਹੜੇ ਮੰਨਣਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਉਹਨਾਂ ਦਾ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਭਲਾ ਕਰ ਦਿੱਤਾ। ਨਹੀਂ ਤਾਂ ਕਹਿੰਦੇ ਕਿੰਨਾ ਕੁਝ ਲੋਕਾਂ ਨੂੰ ਕਰਨਾ ਪੈਂਦਾ ਸੀ ਤੇ ਅਖੀਰ ਦੇ ਬਾਕੀ ਉਹ ਸਿਰਫ ਭੇਖ ਬਣ ਕੇ ਰਹਿ ਗਿਆ। ਮੈਂ ਤਾਂ ਬੇਨਤੀ ਕੀਤੀ ਹੈ, ਮਹਾਰਾਜ ਦਾ ਸਿਧਾਂਤ ਹੈ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਮਹਾਰਾਜ ਨੇ ਆਖਿਆ ਇਸ ਖਾਲਸੇ ਦੇ ਵਿੱਚ ਤੁਸੀਂ ਮੇਰਾ ਰੂਪ ਤੱਕੋਗੇ। ਸਿੰਘ ਪੰਚਨ ਮੈਂ ਮੇਰੋ ਵਾਸਾ ਆਖਿਆ ਸੀ। ਸਿੰਘ ਪੰਚਾਂ ਵਿੱਚ ਮੇਰਾ ਜਿਹੜੇ ਤਿਆਰ ਬਰ ਤਿਆਰ ਨਿਤਨੇਮੀ ਸਿੰਘ ਹੋਣਗੇ ਉਹਨਾਂ ਵਿੱਚ ਮੇਰਾ ਵਾਸਾ ਹੋਵੇਗਾ। ਪੂਰਨ ਕਰੇ ਧਰੈ ਜੇ ਆਸਾ, ਜੋ ਉਹ 5 ਸਿੰਘ ਨਿਤਨੇਮੀ ਅਰਦਾਸ ਕਰ ਦੇਣਗੇ ਮੈਂ ਉਹਨਾਂ ਦੀ ਅਰਦਾਸ ਪੂਰੀ ਕਰ ਦਿਆਂਗਾ। 10ਵੇਂ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਮਾਣ ਬਖਸ਼ਿਆ। ਉਹਨਾਂ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ। ਖਾਸ ਆਪਾਂ ਨੂੰ ਪਤਾ ਕਿਹਨੂੰ ਕਹਿੰਦੇ ਆ, ਕਹਿੰਦੇ ਮੇਰਾ ਖਾਸ ਰੂਪ ਮੇਰਾ ਖਾਲਸਾ ਹੈ ਤੇ ਮੈਂ ਇਹਨਾਂ ਦੇ ਹਿਰਦੇ 'ਚ ਨਿਵਾਸ ਕਰਦਾ। ਇਹਨਾਂ ਦੇ ਹਿਰਦੇ 'ਚ ਖਾਲਸਾ ਇਸ ਕਰਕੇ ਹੈ ਕਿਉਂਕਿ ਮਹਾਰਾਜ ਦੇ ਦੱਸੇ ਹੋਏ ਸਾਧ ਸੰਗਤ ਜੀ ਸਿਧਾਂਤ ਤੇ ਚੱਲਣ ਕਰਕੇ। ਨਹੀਂ ਤੇ ਫਿਰ ਉਹ ਵਿਦਵਾਨ ਕਹਿੰਦੇ ਆ, ਉਹ ਕਹਿੰਦੇ ਨੇ ਪ੍ਰਥਮ ਯੁੱਗ ਮੈਂ ਤਾਪ ਕੋ ਤਾਪੈ ਸੁਦਾ ਵਿਪਾਸਾ ਸਹਿ ਕਰ ਸੋਏ। ਕਹਿੰਦੇ ਪਹਿਲੇ ਯੁੱਗਾਂ 'ਚ ਲੋਕ ਤਾਪ ਤਪਾਉਂਦੇ ਸੀ। ਕੀ ਕਰਨਾ ਪੈਂਦਾ ਸੀ? ਭੁੱਖ ਝੱਲਣੀ ਪੈਂਦੀ ਸੀ, ਪਿਆਸਾਂ ਕੱਟਣੀਆਂ ਪੈਂਦੀਆਂ ਸੀ। ਅਜਾੜ ਬੀਆਬਾਨ ਜੰਗਲਾਂ 'ਚ ਲੋਕ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਸਨ। ਪ੍ਰਥਮ ਯੁੱਗ ਮੈਂ ਤਾਪ ਕੋ ਤਾਪੈ ਸੁਦਾ ਵਿਪਾਸਾ ਸਹਿ ਕਰ ਸੋਏ ਪੰਚਾਂਗਨ ਤਾਪੈ ਜਲ ਪੈਠੈ। ਪੰਚਾਂਗਨ ਦਾ ਅਰਥ ਹੈ 5 ਤਰ੍ਹਾਂ ਦੀਆਂ ਧੂਣੀਆਂ ਤਪਾਉਣੀਆਂ ਵੀ ਗਰਮੀਆਂ ਦੇ ਦਿਨਾਂ 'ਚ। ਜੇਠ ਹਾੜ ਦੇ ਦਿਨਾਂ ਵਿੱਚ ਵੱਡੀਆਂ ਧੂਣੀਆਂ ਬਣਾ ਕੇ ਢੇਰੀਆਂ ਬਾਲਣ ਦੀਆਂ ਲਾ ਕੇ ਉਹਦੇ ਵਿੱਚ ਬੈਠੇ ਰਹਿਣਾ ਤੇ ਆਖਣਾ ਜੀ ਇਹ ਬੰਦਗੀ ਹੋ ਰਹੀ ਹੈ, ਇਹ ਤਪੱਸਿਆ ਕੀਤੀ ਜਾ ਰਹੀ। ਸਰਦੀਆਂ ਦੇ ਦਿਨਾਂ ਵਿੱਚ ਜਦੋਂ ਬਿਲਕੁਲ ਸਾਧ ਸੰਗਤ ਜੀ ਫਰੀਜ ਹੋਇਆ ਹੁੰਦਾ, ਖੂਨ ਵੀ ਫਰੀਜ ਹੋਣ ਨੂੰ ਫਿਰਦਾ, ਉਦੋਂ ਬਾਹਰ ਦੇ ਰੱਖੇ ਪਾਣੀ ਦੇ ਨਾਲ ਇਸ਼ਨਾਨ ਕਰਨਾ ਤੇ 101 ਘੜਾ ਧਾਰ ਬੰਨ ਕੇ ਆਪਣੇ ਸੇਵਕਾਂ ਤੋਂ ਆਪਣੇ ਸਿਰ 'ਚ ਪਵਾਉਣ ਦਾ ਨਾਂ ਬੰਦਗੀ ਰੱਖ ਲਿਆ ਲੋਕਾਂ ਨੇ। ਪੰਚਾਂਗਨ ਤਾਪੈ ਜਲ ਪੈਠੇ ਬਰਖਾ ਸਹਿ ਨਗਨ ਤਨ ਹੋਏ। ਕਹਿੰਦੇ ਨੰਗੇ ਪਿੰਡੇ ਤੁਰੇ ਫਿਰਨਾ 20 ਸਾਲ 30 ਸਾਲ 40 ਸਾਲ ਸਾਰੀ ਜ਼ਿੰਦਗੀ ਬਤੀਤ ਕਰ ਦੇਣੀ। ਝੱਖਰ ਹਨੇਰੀਆਂ ਬਰਖਾ ਆਪਣੇ ਸਰੀਰ ਤੇ ਝੱਲਣੇ, ਇਹਦਾ ਨਾਮ ਹੀ ਲੋਕਾਂ ਨੇ ਤਪੱਸਿਆ ਰੱਖ ਲਿਆ ਸੀ। ਏਕ ਚਰਨ ਪਰ ਠਾਡੇ ਹੋਵਤ, ਕਹਿੰਦੇ ਫਿਰ ਇੱਕ ਪੈਰ ਦੇ ਭਾਰ ਖੜੇ ਰਹਿਣਾ ਸਾਰਾ ਦਿਨ। ਊਰਧ ਬਾਹੂ ਕਿਤੇ ਕਰੰਤ, ਕਈ ਇੱਕ ਤਪੱਸਿਆ ਦਾ ਤਰੀਕਾ ਲੱਭ ਲਿਆ ਸੀ। ਆਪਣੇ ਸਰੀਰ ਜਿਹਨਾਂ ਟੋਆ ਪੱਟ ਕੇ ਉਹਦੇ ਵਿੱਚ ਖੜੇ ਹੋ ਕੇ ਤੇ ਇੱਕ ਬਾਂਹ ਉੱਚੀ ਕਰਕੇ ਤੇ ਉਹ ਹੱਥ ਹਿਲਾਈ ਜਾਣਾ ਸਵੇਰ ਤੋਂ ਸ਼ਾਮ ਤੱਕ ਰੱਖਣਾ। ਭਾਈ ਇਹ ਬੰਦਾ ਉੱਥੇ ਤਪੱਸਿਆ ਕਰਦਾ ਪਿਆ, ਕੋਈ ਇਹ ਬੰਦਗੀ ਹੋ ਰਹੀ ਹੈ। ਕੈ ਲਟਕਟ ਹੈ ਉਲਟੇ ਪਾਕਰ, ਕਹਿੰਦੇ ਕਈ ਦੋਵੇਂ ਪੈਰ ਉੱਪਰ ਨੂੰ ਰੱਸੇ ਨਾਲ ਬੰਨ ਕੇ ਤੇ ਪੁੱਠੇ ਲਟਕ ਜਾਂਦੇ ਸੀ। ਉਹਦਾ ਨਾਮ ਹੀ ਬੰਦਗੀ ਰੱਖ ਲਿਆ ਸੀ। ਕਿਉਂ ਕਰਦੇ ਸੀ ਇੰਨਾ ਤਰੱਦਦ? ਚਾਹੇ ਪ੍ਰਸੰਨ ਹੋਏ ਭਗਵੰਤ, ਚਾਹੁੰਦੇ ਸੀ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਜਾਵੇ, ਪਰਮਾਤਮਾ ਦੀ ਖੁਸ਼ੀ ਸਾਨੂੰ ਮਿਲ ਜਾਏ। ਪਰ ਕਹਿੰਦੇ ਗੁਰਮੁਖੋ ਇਹਨਾਂ ਸਾਰੇ ਕਰਮ ਕਾਂਡਾ ਕਰਕੇ ਪਰਮਾਤਮਾ ਦੀ ਖੁਸ਼ੀ ਨਾ ਕਦੀ ਕਿਸੇ ਨੂੰ ਮਿਲਣੀ ਸੀ ਤੇ ਨਾ ਕਦੀ ਕਿਸੇ ਨੂੰ ਮਿਲੀ।
ਫਿਰ ਕੀ ਕਰਨਾ ਪੈਂਦਾ ਸੀ? ਸੋ ਤਪ ਫਾਲਿਆ ਬਕਲੀ ਕਾਲ ਮੈਂ ਸਤ ਸੰਗਤ ਸੇਵਨ ਕਰਿਅੰਤ ਜਲ ਢੋਣ ਅਰ ਲੱਕੜੀ ਧਿਆਨ ਕਰਨ ਬੀਜਨੋ ਪ੍ਰਭ ਸਮਰੰਤ। ਕਹਿੰਦੇ ਉਹਨਾਂ ਤਪਾਂ ਦਾ ਫਲ ਅਗਰ ਅੱਜ ਕਲਯੁਗ ਦੇ ਸਮੇਂ 'ਚ ਲੈਣਾ ਹੋਵੇ ਤੇ ਗੁਰਮੁਖੋ ਗੁਰੂ ਕੀ ਬਾਣੀ ਪੜ੍ਹਨੀ, ਸਤ ਸੰਗਤ ਕਰਨੀ, ਸੰਗਤ ਦੀ ਸੇਵਾ ਕਰਨੀ ਤੇ ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿਣਾ, ਪ੍ਰਭੂ ਦਾ ਸਿਮਰਨ ਕਰਨਾ। ਕਹਿੰਦੇ ਕਿਸੇ ਤਰ੍ਹਾਂ ਦੇ ਪੁੱਠੇ ਲਟਕਣ ਦੀ ਜ਼ਰੂਰਤ ਨਹੀਂ ਹੈਗੀ, ਕੋਈ ਜਲ ਧਾਰੇ ਕਰਨ ਦੀ ਅੱਜ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ, ਸੌ ਵੇ ਜੀ ਆਪਣਾ ਕੀ ਆ। ਕਹਿੰਦੇ ਇੰਨੇ ਭੇਖ ਕੀਤੇ ਦੇਹ ਨੂੰ ਦੁੱਖ ਦਿੱਤਾ ਨਾ। ਦੇਹ ਨੂੰ ਦੁੱਖ ਦੇਣ ਦਾ ਨਾਂ ਬੰਦਗੀ ਨਹੀਂ ਹੁੰਦਾ ਗੁਰਮੁਖੋ। ਤਪੱਸਿਆ ਉਹਨੂੰ ਨਹੀਂ ਕਹਿੰਦੇ ਵੀ ਸਰੀਰ ਨੂੰ ਜਿੰਨਾ ਕੋ ਵੱਧ ਆਪਣੇ ਨੂੰ ਦੁਖੀ ਕਰ ਲੈ ਓਨੀ ਉਹਦੀ ਪੂਜਾ ਵੱਧ ਹੁੰਦੀ ਸੀ ਸੰਸਾਰ ਤੇ। ਜਿੰਨਾ ਕੋ ਆਪਣੇ ਸਰੀਰ ਨੂੰ ਤਪਾਉਂਦਾ ਜ਼ਿਆਦਾ ਸੀ ਓਨੀ ਉਹਦੀ ਪੂਜਾ ਵੱਧ ਹੋਣੀ ਤੇ ਆਖਣਾ ਜੀ ਇਹ ਓਡਾ ਵੱਡਾ ਬੰਦਗੀ ਵਾਲਾ ਬੰਦਾ। ਫਿਰ ਕੀ ਕਰਦੇ ਸੀ? ਅੰਨ ਨਾ ਖਾਇਆ, ਸਾਧ ਗਵਾਇਆ। ਕਈਆਂ ਨੇ 6-6 ਮਹੀਨੇ ਆਖਣਾ ਜੀ ਮੈਂ ਪ੍ਰਸ਼ਾਦਾ ਤਿਆਗ ਦਿੱਤਾ ਜੀ, ਅਸੀਂ ਇਕੱਲਾ ਦੁੱਧ ਹੀ ਛਕਾਂਗੇ ਜੀ, ਅਸੀਂ ਇਕੱਲੇ ਫਲ ਹੀ ਛਕਦੇ ਹਾਂ ਜੀ। ਤਾਂ ਮਹਾਰਾਜ ਸਾਹਿਬ ਜੀ ਨੇ ਤਾਂ ਬਾਣੀ 'ਚ ਆਖਿਆ ਛੋਡਾ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹੋਏ ਰੰਡ। ਕਹਿੰਦੇ ਜੇ ਅੰਨ ਛੱਡ ਕੇ ਤੁਸੀਂ ਸਿਰਫ ਜ਼ੁਬਾਨ ਦਾ ਸਵਾਦ ਗਵਾਇਆ, ਪ੍ਰਮਾਤਮਾ ਨੇ ਅਗਰ ਛਕਣ ਤੋਂ ਮਨਾ ਕਰਨਾ ਹੁੰਦਾ ਤੇ ਫਿਰ ਅਨਾਜ ਬਣਾਉਂਦਾ ਹੀ ਨਾ, ਉਹ ਸਮਰੱਥ ਸੀ। ਕਹਿੰਦੇ ਪਖੰਡ ਹੈ, ਅੰਨ ਛੱਡਣ ਵਾਲੇ ਪਖੰਡੀ ਦੀ ਗਿਣਤੀ ਨਾ ਸੁਹਾਗਣਾ ਚ ਤੇ ਨਾ ਰੰਡੀਆਂ ਚ। ਗੁਰੂ ਸਾਹਿਬ ਦੇ ਬਚਨ ਨੇ, ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹੋਏ ਰੰਡ। ਹਾਂ ਇਹ ਜ਼ਰੂਰ ਮਹਾਰਾਜ ਜੀ ਨੇ ਆਖਿਆ, ਜਿਵੇਂ ਤੀਸਰੇ ਪਾਤਸ਼ਾਹ ਨੇ ਆਖਿਆ ਭਰੇ ਤੇ ਭਰਨਾ ਨਹੀਂ, ਭੁੱਖ ਲੱਗੀ ਤੇ ਜੀਵਣਾ। ਜਿਹਨੂੰ ਮਹਾਰਾਜ ਨੇ ਆਖਿਆ ਅਲਪਹਾਰ ਸੁਲਭਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਦਸਵੇਂ ਪਾਤਸ਼ਾਹ ਨੇ ਆਖਿਆ ਸਿੱਖ ਦਾ ਵਰਤ ਉਹੋ ਹੀ ਹੈ ਗੁਰਮੁਖੋ, ਅਲਪਹਾਰ ਲੋੜ ਅਨੁਸਾਰ ਛਕਣਾ, ਜਦੋਂ ਜ਼ਰੂਰਤ ਹੈ ਉਦੋਂ ਛਕਣਾ। ਸੁਲਭਸੀ ਨਿੰਦਰਾ, ਨਿੰਦਰਾ ਦਾ ਵੀ ਜਿਹੜਾ ਜ਼ਿਆਦਾ ਆਲਸ ਵਾਲੀ ਨਿੰਦਰਾ ਉਹਦਾ ਤਿਆਗ ਕਰਨਾ। ਇਹ ਸਿੱਖ ਨੂੰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸੂਲ ਦੇ ਦਿੱਤੇ ਸਨ। ਤੇ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਬਸਤਰ ਨਾ ਪਹਿਰੈ ਐਨਸ ਕਹਿਰੈ। ਦਿਨੇ ਰਾਤ ਸਰਦੀਆਂ ਦੀ ਤੇ ਗਰਮੀਆਂ ਦੀ ਸਾਧ ਸੰਗਤ ਜੀ ਮਾਰ ਝੱਲਣੀ ਤੇ ਬਸਤਰ ਪਾਉਣੇ ਨਹੀਂ। ਟੋਲਿਆਂ ਦੇ ਟੋਲੇ ਨਾਂਗੇ ਸਾਧੂਆਂ ਤੇ ਤੁਰੇ ਫਿਰਦੇ। ਤੁਹਾਰਾ ਕਹਿੰਦੇ ਇਹ ਕੀ ਆ? ਬਸਤਰ ਨਾ ਪਾ ਰਿਹਾ ਕਰ ਮੌਨ ਮਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ। ਕਹਿੰਦੇ ਕਈ ਮੌਨ ਰੱਖ ਲੈਂਦੇ ਆ ਵੀ ਮੈਂ 6 ਮਹੀਨੇ ਸਾਲ ਵਾਸਤੇ ਬੋਲਣਾ ਨਹੀਂ। ਹਾਂ ਘੱਟ ਬੋਲਣਾ, ਭਾਈ ਗੁਰਦਾਸ ਜੀ ਨੇ ਆਖਿਆ ਥੋੜਾ ਬੋਲਣ ਗੁਰਮਤ ਪਾਏ, ਵੀ ਸੰਜਮ ਦਾ ਬੋਲਣਾ, ਜਿੱਥੇ ਜ਼ਰੂਰਤ ਹੈ ਉੱਥੇ ਬੋਲਿਆ ਜਾਵੇ। ਪਰ ਜੇ ਚੁੱਪ ਹੀ ਕਰਨਾ ਹੁੰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਰਸਨਾ ਦਿੰਦੇ ਹੀ ਨਾ ਕਦੀ ਵੀ। ਮਹਾਰਾਜ ਤਾਂ ਕਹਿੰਦੇ ਨੇ ਜਿਨ ਜਿਹਵਾ ਦਿੱਤੀ ਬੋਲੇ ਤਾਤ, ਤੈਨੂੰ ਰਸਨਾ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ, ਉਹਦੀ ਵਡਿਆਈ ਕਰਨ ਵਾਸਤੇ ਹੈ। ਇਹ ਰਸਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਵਾਸਤੇ ਦਿੱਤੀ ਹੈ। ਹਾਂ ਸੰਜਮ ਦਾ ਬੋਲਣਾ, ਇਕਾਂਤ ਵਿੱਚ ਜਾ ਕੇ ਸਾਧ ਸੰਗਤ ਜੀ ਕੋਈ ਬੰਦਗੀ ਤਪੱਸਿਆ ਕਰਨੀ, ਇਹਦਾ ਖੰਡਨ ਨਹੀਂ। ਪਰ ਜੇ ਆਖਣਾ ਵੀ ਮੈਂ ਮੌਨ ਰੱਖ ਲਿਆ ਤੇ ਹੁਣ ਮੈਂ ਭਗਤ ਹੋ ਗਿਆ, ਮੌਨ ਮਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਕਹਿੰਦੇ ਗੁਰਮੁਖੋ ਗੁਰੂ ਦੀ ਕਿਰਪਾ ਤੋਂ ਬਿਨਾਂ ਸੁੱਤਾ ਹੋਇਆ ਮਨ ਇਹਨਾਂ ਕਿਸੇ ਵੀ ਤਰ੍ਹਾਂ ਦੇ ਕਾਂਡ ਕੀਤਿਆਂ, ਕਰਮ ਕਾਂਡ ਕੀਤਿਆਂ ਜਾਗ ਨਹੀਂ ਸਕਦਾ। ਉਹ ਤਾਂ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਜਾਗਣਾ ਹੁੰਦਾ। ਤੇ ਅਸਲ ਵਿੱਚ ਮੁੱਖ ਮਨੋਰਥ ਆਪਣੇ ਮਨ ਨੂੰ ਜਗਾਉਣ ਦਾ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ। ਦੇਖੋ ਸਰੀਰ ਬਿਨਾਂ ਯਤਨ ਤੋਂ ਜਾਗਦਾ ਰੋਜ਼ ਔਰ ਰੋਜ਼ ਸੌਂਦਾ, ਨੀਂਦ ਆ ਹੀ ਜਾਣੀ ਹੈ। ਔਰ ਕੋਈ ਇਹ ਨਹੀਂ ਕਹਿ ਸਕਦਾ ਮੈਂ 6 ਮਹੀਨੇ ਹੁਣ ਸੁੱਤੇ ਹੀ ਰਹਿਣਾ, ਜਾਗ ਵੀ ਆਪਣੇ ਆਪ ਆ ਜਾਏਗੀ। ਸਰੀਰ ਦਾ ਧਰਮ ਹੈ ਸੌਣਾ ਜਾਗਣਾ, ਖਾਣਾ ਪੀਣਾ, ਭੁੱਖ ਪਿਆਸ, ਇਹ ਸਰੀਰ ਦਾ ਧਰਮ ਹੈ। ਪਰ ਮਨ ਦਾ ਜਗਾਉਣਾ ਜਿਹੜਾ, ਇਹਦੇ ਵਾਸਤੇ ਯਤਨ ਕਰਨੇ ਪੈਂਦੇ ਆ। ਮੰਨ ਲਓ ਹੁਣ ਜਿਵੇਂ ਪਾਣੀ ਹੈ, ਬੇਸ਼ੱਕ ਭਾਵਾਂ 25 ਮੰਜ਼ਿਲ ਤੇ ਮੀਂਹ ਪੈਂਦਾ ਹੋਵੇ ਤਾਂ ਜਦੋਂ ਉਹ ਪਾਣੀ ਰੁੜ ਕੇ ਆਵੇਗਾ ਥੱਲੇ ਹੀ ਆਵੇਗਾ। ਥੱਲੇ ਨੂੰ ਨਵਾਉਣ ਨੂੰ, ਪਾਣੀ ਲਿਜਾਣ ਵਾਸਤੇ ਕੋਈ ਤਰੱਦਦ ਨਹੀਂ ਆਪਾਂ ਨੂੰ ਕਰਨਾ ਪੈਂਦਾ, ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਯਤਨ ਤਾਂ ਉਦੋਂ ਕਰਨਾ ਪੈਂਦਾ ਜਦੋਂ ਪਾਣੀ ਨੂੰ ਉੱਪਰ ਲੈ ਕੇ ਜਾਣਾ ਪੈਂਦਾ, ਫਿਰ ਉਹਦੇ ਪਿੱਛੇ ਕੋਈ ਪ੍ਰੈਸ਼ਰ ਬਣਾਉਣਾ ਪੈਂਦਾ, ਕੋਈ ਕੋਸ਼ਿਸ਼ ਕਰਨੀ ਪੈਂਦੀ ਹੈ, ਫਿਰ ਉੱਚੇ ਥਾਂ ਤੇ ਸਾਧ ਸੰਗਤ ਜੀ ਉਹ ਪਾਣੀ ਚੜ੍ਹ ਕੇ ਜਾਵੇਗਾ। ਇਸੇ ਤਰ੍ਹਾਂ ਕਹਿੰਦੇ ਮਨ ਨੂੰ ਜਗਾਉਣ ਵਾਸਤੇ ਯਤਨ ਕਰਨਾ ਪੈਂਦਾ। ਮਾਈ ਸੋਇਆ ਮਨ ਜਾਗਾਏ। ਕਹਿੰਦੇ ਇਸ ਸੁੱਤੇ ਹੋਏ ਮਨ ਨੂੰ ਜਗਾਉਣਾ ਗੁਰਮੁਖੋ ਕਿਉਂ ਜਾਗਾ? ਗੁਰਬਿਨ ਸੂਤਾ, ਗੁਰੂ ਦੀ ਕਿਰਪਾ ਬਿਨਾਂ ਕਹਿੰਦੇ ਸੁੱਤਾ ਹੋਇਆ ਮਨ ਕਿਵੇਂ ਜਾਗ ਪਵੇਗਾ ਤੇਰਾ ਗੁਰਮੁਖਾ। ਤੇ ਗੁਰੂ ਦੀ ਕਿਰਪਾ ਸਾਧ ਸੰਗਤ ਜੀ ਗੁਰੂ ਦੇ ਲੜ ਲੱਗਣ ਕਰਕੇ ਹੈ, ਗੁਰੂ ਸਾਹਿਬ ਜੀ ਦੇ ਚਰਨ ਪਰਸਣ ਕਰਕੇ ਹੈ। ਇਸ ਲਈ ਮਹਾਰਾਜ ਜੀ ਨੇ ਆਖਿਆ ਖੂਕ ਮਾਲ ਹਾਰੀ ਗਦ ਗਦਹਾ ਵਿਭੂਤ ਧਾਰੀ। ਜੇ ਸਿਰਫ ਸਵਾਹ ਪਿੰਡੇ ਤੇ ਪਾਉਣ ਨਾਲ ਬ੍ਰਹਮ ਗਿਆਨ ਆਉਣਾ ਹੁੰਦਾ ਤੇ ਸੂਰ ਨੂੰ ਤਾਂ ਗੁਰਮੁਖੋ ਉਹਨੂੰ ਗਧੇ ਨੂੰ ਸਭ ਤੋਂ ਪਹਿਲਾਂ ਬ੍ਰਹਮ ਗਿਆਨ ਆਉਣਾ ਚਾਹੀਦਾ। 10ਵੇਂ ਪਾਤਸ਼ਾਹ ਜੀ ਦੇ ਬਚਨ ਹੈ। ਉਹ ਕਹਿੰਦੇ ਫਿਰ ਤਾਂ ਉਹ ਬ੍ਰਹਮ ਗਿਆਨੀ ਹੁੰਦੇ ਦੋਵੇਂ, ਕਿਉਂਕਿ ਉਹ ਗਧੇ ਦਾ ਤਾਂ ਥਕੇਵਾਂ ਹੀ ਘੱਟੇ 'ਚ ਲੇਟ ਕੇ ਲੈਂਦਾ। ਉਹਨੂੰ ਤੁਸੀਂ ਖਾਣ ਨੂੰ ਘੱਟ ਦਿਓ, ਲੇਟਣ ਵਾਸਤੇ ਛੱਡ ਦਿਓ ਅੱਧਾ ਘੰਟਾ ਤੇ ਪ੍ਰਸੰਨ ਹੋ ਜਾਂਦਾ ਗਧਾ। ਤਾਂ ਸੂਰ ਤਾਂ ਸਾਰਾ ਦਿਨ ਉਹ ਗੰਦ 'ਚ ਲੇਟਿਆ ਰਹਿੰਦਾ, ਚਿੱਕੜ 'ਚ ਪਿਆ ਰਹਿੰਦਾ। ਆਪਾਂ ਦੇਖਿਆ ਪਿੰਡਾਂ 'ਚ ਗਿੱਦੂਆ ਮਸਾਨ ਬਾਸ ਕਹਿੰਦੇ ਜੇ ਸ਼ਮਸ਼ਾਨ ਘਾਟ 'ਚ ਬੈਠਣ ਕਰਕੇ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੁੰਦੀ ਤੇ ਫਿਰ ਗਿੱਦੜ ਕਿਹੜੇ ਸਾਧ ਸੰਗਤ ਜੀ ਬਹੁ ਮੰਜ਼ਿਲੇ ਮਕਾਨ ਬਣਾ ਕੇ ਰਹਿੰਦੇ ਆ, ਫਿਰ ਉਹਨਾਂ ਦਾ ਤਾਂ ਵਾਸਾ ਹੀ ਉੱਥੇ ਹੁੰਦਾ। ਘੁੱਗੂ ਮੱਟ ਵਾਸੀ ਕਹਿੰਦੇ ਉਹ ਸਾਰੇ ਮੱਠਾਂ 'ਚ ਹੀ ਰਹਿੰਦੇ ਆ ਨਾ। ਸੰਗ ਡੋਲਤ ਲੱਗੇ ਡੋਲਤ ਉਦਾਸੀ ਮ੍ਰਿਗ ਕਹਿੰਦੇ ਨੇ ਇਹ
ਤਰਵਰ ਸਦੀਵ ਮੌਨ ਸਾਧਾ ਹੀ ਮਰਦਾ ਹੈ। ਜੇ ਮੌਨ ਰੱਖਣ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਦਰਖਤ ਕਿਹੜੇ ਇੱਕ ਦੂਜੇ ਨਾਲ ਵਾਰਤਾਲਾਪ ਕਰਦੇ ਜਾਂ ਵਿਆਖਿਆ ਕਰਦੇ ਜਾਂ ਪ੍ਰਸ਼ਨ ਉੱਤਰ ਕਰਦੇ। ਬਿੰਦ ਕੇ ਸਦਈਆ ਤਾਂ ਹੀਜ ਕੀ ਬੜਈਆ ਦੇ 15 ਸਦੀਵ ਪਾਏ ਨਾਂਗੇ ਹੀ ਫਿਰ ਤਾਂ ਦਸਵੇਂ ਪਾਤਸ਼ਾਹੀ ਦੇ ਬਚਨ ਨੇ ਕਹਿੰਦੇ ਗ੍ਰਸਤ ਤਿਆਗਣ ਕਰਕੇ ਵੀ ਕੋਈ ਬ੍ਰਹਮ ਗਿਆਨੀ ਨਹੀਂ ਜੇ ਹੁੰਦਾ। ਹਾਂ, ਇਹ ਇੱਕ ਵੱਖਰਾ ਸਿਧਾਂਤ ਹੈ ਵੀ ਜੇ ਗ੍ਰਸਤ ਰੱਖਣ 'ਚ ਉਹਨੂੰ ਐ ਲੱਗਦਾ ਵੀ ਮੈਂ ਇਹਨੂੰ ਰੱਖ ਕੇ ਇੱਕ ਕਿਲੇ ਦੇ ਅੰਦਰ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰ ਸਕਦਾ ਤੇ ਉਹਨੂੰ ਗ੍ਰਸਤੀ ਹੋਣਾ ਚਾਹੀਦਾ। ਤੇ ਜੇ ਰੜੇ ਮੈਦਾਨ ਜੰਗ ਕਰਕੇ ਜਿੱਤ ਸਕਦਾ ਤੇ ਫਿਰ ਗ੍ਰਸਤ ਦਾ ਸਾਧ ਸੰਗਤ ਜੀ ਜ਼ਰੂਰੀ। ਇਹਦੇ 'ਚ ਦੋਨੋਂ ਮਾਰਗੀ ਪ੍ਰਵਾਨ ਹੈ। ਦੇਖੋ ਬਾਬਾ ਬੁੱਢਾ ਜੀ ਗ੍ਰਸਤੀ ਨੇ ਤੇ ਭਾਈ ਗੁਰਦਾਸ ਜੀ ਗ੍ਰਸਤੀ ਨਹੀਂ, ਪਰ ਦੋਨੋਂ ਬ੍ਰਹਮ ਗਿਆਨੀ, ਦੋਨੋਂ ਗੁਰੂ ਸਾਹਿਬ ਨੂੰ ਪ੍ਰਵਾਨ ਨੇ। ਮਤਲਬ ਸਿਰਫ ਇਹ ਹੈ ਵੀ ਤੁਸੀਂ ਇਹ ਵਕਾਰਾਂ ਦੀ ਜੰਗ ਕਿਲੇ ਦੇ ਅੰਦਰ ਰਹਿ ਕੇ ਜਿੱਤ ਸਕਦੇ ਆ ਕਿ ਬਾਹਰ ਰਹਿ ਕੇ ਵੀ ਲੜ ਕੇ ਜਿੱਤ ਸਕਦੇ ਆ, ਇਹ ਉਹਦੇ ਤੇ ਹੈ ਜਿਹਨੇ ਜਿੱਤਣੀ ਹੈ। ਗ੍ਰਸਤ ਇੱਕ ਕਿਲੇ ਦੀ ਨਿਆਈ ਮੰਨਿਆ ਗਿਆ, ਪਰ ਇਸ ਗ੍ਰਸਤ ਦੀ ਨਿੰਦਿਆ ਮਹਾਰਾਜ ਸਾਹਿਬ ਜੀ ਨੇ ਬੰਦ ਕਰਵਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਜਿੱਥੇ ਉਹ ਨਾ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਗੁਰੂ ਸਾਹਿਬ ਨੇ ਆਖਿਆ ਬੜੀ ਨਿੰਦਿਆ ਕੀਤੀ ਤੁਸੀਂ ਗੁਰਮੁਖੋ, ਮਾਈਆਂ ਦੀ, ਬੀਬੀਆਂ ਦੀ, ਨਾਨੀਆਂ ਦੀ, ਦਾਦੀਆਂ ਦੀ, ਬਸ ਕਰੋ ਹੁਣ ਇਹ। ਸੋ ਕਿਉ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਗੁਰੂ ਸਾਹਿਬ ਨੇ ਆਖਿਆ ਜਿਨ੍ਹਾਂ ਨੇ ਰਾਜਿਆਂ ਭਗਤਾਂ ਤੇ ਸੂਰਬੀਰਾਂ ਨੂੰ ਜਨਮ ਦਿੱਤਾ ਉਹ ਕਿਵੇਂ ਮੰਦੀ ਹੋ ਸਕਦੀ ਹੈ। ਤੁਸੀਂ ਵੀ ਮੀਂਹ ਨਾਲ ਨਹੀਂ ਡਿੱਗੇ, ਆਖਰ ਕਿਸੇ ਮਾਤਾ ਤੋਂ ਜਨਮ ਲਿਆ, ਇਸ ਕਰਕੇ ਗ੍ਰਸਤ ਨੂੰ ਤੁਸੀਂ ਨਿੰਦ ਨਹੀਂ ਸਕਦੇ, ਗ੍ਰਸਤ ਦੀ ਨਿੰਦਿਆ ਨਹੀਂ ਕਰ ਸਕਦੇ। ਤੇ ਜੇ ਗ੍ਰਸਤ ਦੀ ਨਿੰਦਿਆ ਕਰਕੇ ਜੇ ਤੁਸੀਂ ਕਹਿੰਦੇ, ਕਿਉਂਕਿ ਕਹਿੰਦੇ ਸੀ ਜਿਹੜਾ ਜੀ ਗ੍ਰਸਤ 'ਚ ਪੈ ਗਿਆ, ਪ੍ਰਵੇਸ਼ ਕਰ ਗਿਆ, ਉਹ ਇਹ ਤੇ ਨਰਕਦਵਾਰੀ ਹੈ ਜੀ, ਇਹ ਤਾਂ ਫਿਰ ਅਕਾਲ ਪੁਰਖ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਕਿਉਂਕਿ 4 ਤਰੀਕਿਆਂ 'ਚ ਸਾਰੇ ਜੀਵਨ ਨੂੰ ਵੰਡ ਦਿੱਤਾ ਸੀ ਨਾ ਉਦੋਂ ਦੇ ਲੋਕਾਂ ਨੇ। ਕਹਿੰਦੇ ਸੀ ਜਨਮ ਤੋਂ ਲੈ ਕੇ 25 ਸਾਲ ਤੱਕ ਬ੍ਰਹਮਚਰਜ, 25 ਤੋਂ 50 ਹੈਗਾ ਗ੍ਰਸਤ ਆਸ਼ਰਮ, ਤੇ 50 ਤੋਂ 75 ਸੰਨਿਆਸ, ਤੇ 75 ਤੋਂ 100 ਬਾਨਪ੍ਰਸਤ ਸੀ। ਕਹਿੰਦੇ ਜੇ ਕਿਸੇ ਨੇ ਸੰਨਿਆਸ ਨਹੀਂ ਧਾਰਨ ਕੀਤਾ ਤੇ ਬਾਨਪ੍ਰਸਤੀ ਨਹੀਂ ਹੋਇਆ, ਉਹ ਪ੍ਰਮਾਤਮਾ ਨੂੰ ਪ੍ਰਵਾਨ ਹੋ ਹੀ ਨਹੀਂ ਸਕਦਾ ਸੀ। ਪਰ ਗੁਰੂ ਸਾਹਿਬ ਨੇ ਆਖਿਆ ਨਹੀਂ, ਉਹ ਗੁਰਮੁਖੋ ਏਦਾਂ ਨਹੀਂ ਹੈਗਾ। ਪ੍ਰਮਾਤਮਾ ਨੂੰ ਉਹ ਵੀ ਪ੍ਰਵਾਨ ਹੈ ਜਿਹੜਾ ਅੰਤਲੇ ਸਵਾਸ ਤੱਕ ਆਪਣੇ ਘਰ ਤੇ ਪਰਿਵਾਰ 'ਚ ਰਹੇ, ਲੇਕਿਨ ਦੋਵੇਂ ਵੇਲੇ ਕਰਤਾਰ ਕਰਿਓ, ਪ੍ਰਮਾਤਮਾ ਨੂੰ ਪ੍ਰਵਾਨ ਹੈ। ਉਹ ਘਰੇ ਬੈਠਾ ਹੀ ਉਦਾਸੀ ਹੈ। ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਰੇ ਮਨ ਐਸੋ ਕਰ ਸੁਨਿਆਸਾ, ਬਾਣਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕਹਿੰਦੇ ਗੁਰਮੁਖੋ ਉਦਾਸੀ ਤਾਂ ਮਨ ਦੀ ਹੁੰਦੀ ਹੈ, ਸੰਨਿਆਸ ਤਾਂ ਮਨ ਦਾ ਹੈ। ਜਿਹਨੇ ਮਨ ਕਰਕੇ ਸੰਨਿਆਸ ਤੇ ਉਦਾਸ ਧਾਰਨ ਕਰ ਲਿਆ, ਉਹਦੇ ਵਾਸਤੇ ਗ੍ਰਹਿ ਬਣ ਸੰਸਾਰ ਕੀਆ। ਗੁਰੂ ਸਾਹਿਬ ਜੀ ਦੇ ਬਚਨ ਹੈ। ਉਹ ਕਹਿੰਦੇ ਉਹਦੇ ਵਾਸਤੇ ਘਰ ਤੇ ਜੰਗਲ ਇੱਕ ਬਰਾਬਰ ਹੈ। ਉਹ ਘਰੇ ਬੈਠਾ ਵੀ ਇਕਾਂਤ ਬਣਾ ਸਕਦਾ ਆਪਣੇ ਮਨ ਦੀ। ਉਹਨੂੰ ਢੰਗ ਆਉਂਦਾ ਹੋਣਾ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦਾ, ਵੀ ਉਹਨੇ ਪ੍ਰਮਾਤਮਾ ਨਾਲ ਜੁੜਨਾ ਕਿਵੇਂ। ਕਿਉਂਕਿ ਮਹਾਰਾਜ ਨੇ ਇੱਕ ਸਿਧਾਂਤ ਦਿੱਤਾ, ਪੂਜਾ ਅਕਾਲ ਕੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਕਰਨ ਦਾ ਢੰਗ ਆਉਣਾ ਚਾਹੀਦਾ। ਅੱਜ ਤਾਂ ਪੂਜਾ ਲਫ਼ਜ਼ ਸੁਣ ਕੇ ਸਾਨੂੰ ਫਿੰਸੀਆਂ ਨਿਕਲ ਆਉਂਦੀਆਂ ਵੀ ਉਹ ਪੂਜਾ ਜੀ ਇਹਦਾ ਤੇ ਇਹਦੇ ਨਾਲ ਕੀ ਮਤਲਬ ਹੋ ਗਿਆ ਜੀ ਸਾਡਾ। ਇਹ ਤਾਂ ਪੂਜਾ ਗੁਰਮੁਖੋ, ਪੂਜਾ ਦਾ ਅਰਥ ਹੈ ਆਪਣੇ ਇਸ਼ਟ ਦਾ ਅਦਬ ਸਤਿਕਾਰ ਕਰਨਾ, ਆਪਣੇ ਇਸ਼ਟ ਦੀ। ਹੁਣ ਸ਼ਾਸਤਰਾਂ ਦੀ ਪੂਜਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਹੈ, ਆਪਣੇ ਸਿੱਖਾਂ ਤੋਂ ਕਰਵਾਈ ਹੈ। ਤੇ ਫਿਰ ਮਹਾਰਾਜ ਦੇ ਸਾਧ ਸੰਗਤ ਜੀ ਬਚਨ ਨਹੀਂ ਆਪਾਂ ਉਹ ਕਹਿੰਦੇ ਨੇ, ਰਾਜ ਬਿਨਾ ਨਾ ਹੈ ਧਰਮ ਚਲੇ ਹੈ, ਧਰਮ ਬਿਨਾ ਸਭ ਤਲੇ ਮਲੇ ਹੈ। ਤੇ ਫਿਰ ਉਹ ਰਾਜ ਸ਼ਾਸਤਰਾਂ ਤੋਂ ਬਿਨਾ ਕਿਵੇਂ ਆ ਜਾਏਗਾ। ਕਲਗੀਧਰ ਪਾਤਸ਼ਾਹ ਜੀ ਸਮਰੱਥ ਨੇ, ਚਾਹੁੰਦੇ ਬਚਨ ਕਰਕੇ ਜੋ ਮਰਜ਼ੀ ਕਰ ਦਿੰਦੇ, ਪਰ ਜੇ 14 ਜੰਗਾਂ ਕੀਤੀਆਂ ਤੇ ਆਪਣੇ ਜਿਗਰ ਦੇ ਟੋਟੇ ਸ਼ਹੀਦ ਕਰਵਾਏ, ਇਹ ਦੱਸਣ ਵਾਸਤੇ ਸੀ ਗੁਰਮੁਖੋ ਧਰਮ ਵਾਸਤੇ ਜੰਗ ਕਰਨਾ ਪੈਂਦਾ ਹੁੰਦਾ। ਜੰਗ ਵਾਸਤੇ ਸ਼ਾਸਤਰਾਂ ਦੀ ਲੋੜ ਪੈਂਦੀ ਹੈ। ਸ਼ਾਸਤਰ ਨੂੰ ਤੁਸੀਂ ਆਪਣੇ ਪੀਰ ਮੰਨਣਾ, ਸ਼ਾਸਤਰ ਤੁਹਾਡੇ ਵਾਸਤੇ ਸਤਿਕਾਰਯੋਗ ਹੈ। ਉਵੇਂ ਕੋਈ ਮੰਗਿਆ ਸਾਧ ਸੰਗਤ ਜੀ ਕੋਈ ਰਾਜ ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੇ ਨਿਜ ਬਲ ਸ਼ਾਸਤਰਾਂ ਕਰਕੇ ਹੀ ਆਉਂਦਾ। ਇਸ ਕਰਕੇ ਮਹਾਰਾਜ ਨੇ ਆਖਿਆ ਗੁਰਮੁਖੋ ਤੁਸੀਂ ਹੁਣ ਸ਼ਾਸਤਰ ਦੀ ਪੂਜਾ ਹੈ, ਤੇ ਜੇ ਆਖੀ ਇਹ ਪੂਜਾ ਲਫ਼ਜ਼ ਕਿੱਥੋਂ ਆ ਗਿਆ ਜੀ, ਇਹ ਤਾਂ ਪੂਜਾ ਹੁੰਦੀ ਨਹੀਂ। ਪੂਜਾ ਨਹੀਂ ਹੁੰਦੀ ਫਿਰ ਆਪਾਂ ਕਰਨੀ ਕਿਹਦੀ ਪੂਜਾ। ਖਾਲਸੇ ਨੇ ਪੱਥਰ ਤਾਂ ਪੂਜਣੇ ਨਹੀਂ, ਨਾ ਮੂਰਤੀ ਪੂਜਕ ਹੈ। ਖਾਲਸੇ ਨੇ ਆਪਣੇ ਇਸ਼ਟ ਨੂੰ ਪੂਜਣਾ ਜਾਂ ਸ਼ਾਸਤਰਾਂ ਦੀ ਪੂਜਾ ਕਰਨੀ ਹੈ। ਖਾਲਸਾ ਜਾਂ ਨਮਸਕਾਰ ਨਿਸ਼ਾਨ ਸਾਹਿਬ ਨੂੰ ਕਰਦਾ ਹੈ, ਜਾਂ ਗੁਰੂ ਕੀ ਬਾਣੀ ਦੀ ਪੋਥੀ ਨੂੰ ਤੇ ਸ਼ਾਸਤਰਾਂ ਨੂੰ ਕਰਦਾ। ਪੂਜਾ ਅਕਾਲ ਕੀ ਮਹਾਰਾਜ ਜੀ ਨੇ ਆਖਿਆ। ਉਹਨੇ ਕਿਹਾ ਗੁਰਮੁਖੋ ਉਵੇਂ ਨਹੀਂ, ਫਿਰ ਇਹ ਤਾਂ ਸਾਰੇ ਇੱਥੇ ਰਹਿੰਦੇ ਆ। ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬੜਈਆ ਦੇਤ। ਕਹਿੰਦੇ ਗ੍ਰਸਤ ਦੀ ਨਿੰਦਿਆ ਕਰਕੇ ਜੇ ਕੋਈ ਕਹਿੰਦਾ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਾਂਗਾ, ਸਾਰੇ ਖੁਸਰੇ ਬ੍ਰਹਮ ਗਿਆਨੀ ਹੁੰਦੇ। ਹੀਜ ਹਿਜੜਾ ਖੁਸਰੇ ਨੂੰ ਕਹਿੰਦੇ, 10ਵੇਂ ਪਾਤਸ਼ਾਹ ਦੇ ਬਚਨ ਹੈ, ਮੈਂ ਕੋਲੋਂ ਨਹੀਂ ਕਹਿੰਦਾ ਪਿਆ। ਬਿੰਦ ਕੇ ਸਦਈਆ ਤਾਂ ਹੈ ਹੀਜ ਕੀ ਬੜਈਆ ਦੇਤ, 15 ਸਦੀਵ ਪਾਏ ਨਾਂਗੇ ਫਿਰਦਾ। ਕਹਿੰਦੇ ਕਈ ਨੰਗੇ ਤੁਰੇ ਫਿਰਦੇ, ਕਹਿੰਦੇ ਪੈਰੀ ਵਿੱਚ ਜੋੜਾ ਨਹੀਂ ਪਾਉਣਾ ਜੀ ਅਸੀਂ 2-2 4-4 ਸਾਲ ਵਾਸਤੇ। ਤੇ ਠੀਕ ਹੈ, ਜੇ ਨੰਗੇ ਪੈਰੀ ਫਿਰਿਆ 10ਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਗੁਰਮੁਖੋ ਗਿਆਨ ਆ ਜਾਣਾ ਹੁੰਦਾ, ਤੇ ਫਿਰ ਇਹ ਬਾਂਦਰਾਂ ਨੂੰ ਕੌਣ ਛੂਹ ਲੈ ਕੇ ਦਿੰਦਾ। ਇਹਨਾਂ ਕਿਹੜੇ ਜੋਗਰ ਪਾਏ ਹੁੰਦੇ, ਇਹ ਸਾਰੇ ਬ੍ਰਹਮ ਗਿਆਨੀ ਹੁੰਦੇ। 15 ਸਦੀਵ ਪਾਏ ਨਾਂਗੇ ਫਿਰਤ ਹੈ। ਉਹ ਕਹਿੰਦੇ ਨੇ ਨਿਜ ਅੰਗਨਾ ਗੀ ਅਧੀਨ, ਕਾਮ ਕ੍ਰੋਧ ਮੈਂ ਪ੍ਰਵੀਨ, ਗਿਆਨ ਕੇ ਬਹੀਨ, ਸ਼ੀਨ ਕੈਸੇ ਕਹਿ ਤਰਤ ਹੈ। ਜਿਹੜੇ
ਗੁਰਮੁਖੋ ਵਕਾਰਾਂ ਦੇ ਅਧੀਨ ਹੋ ਕੇ ਇਹਨਾਂ ਵਕਾਰਾਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ। ਕਦੇ ਵੀ ਸਾਧ ਸੰਗਤ ਜੀ ਨਾ ਉਹਨਾਂ ਦਾ ਪਾਰ ਉਤਾਰਾ ਤੇ ਨਾ ਗ੍ਰਸਤੀ ਨਿੰਦਿਆ ਕਰਨ ਵਾਲਿਆਂ ਦਾ, ਨਾ ਕਿਸੇ ਭੇਗ 'ਚ ਵਿਚਰਨ ਵਾਲਿਆਂ ਦਾ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਹਿ ਤਰਤ ਹੈ। ਕਹਿੰਦੇ ਦੇਖੋ ਗੁਰਮੁਖੋ, ਮਹਾਰਾਜ ਜੀ ਦੇ ਪਵਿੱਤਰ ਗਿਆਨ ਨੂੰ ਹਾਸਲ ਕੀਤੇ ਬਿਨਾਂ ਕਿਵੇਂ ਕੋਈ ਪਾਰ ਉਤਰ ਸਕਦਾ, ਕਿਵੇਂ ਕਿਸੇ ਦਾ ਪਾਰ ਉਤਾਰਾ ਹੋ ਸਕਦਾ। ਇੰਨਾ ਗਿਆਨ ਦਾ ਭੰਡਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸਾਨੂੰ ਦਿੱਤਾ। ਇਹ ਸਾਡੇ ਉੱਪਰ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਸੋ ਉਸ ਬਖਸ਼ਿਸ਼ ਨਾਲ ਜੁੜਨ ਕਰਕੇ ਆਪਣਾ ਪਾਰ ਉਤਾਰਾ ਹੋਣਾ। ਇਹ ਰੱਬੀ ਗਿਆਨ ਹੈ। ਗੁਰੂ ਕੀ ਬਾਣੀ ਉਵੇਂ ਨਹੀਂ ਮਾਰਨ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ। ਦਸਾਂ ਪਾਤਸ਼ਾਹਾਂ ਦੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਮੁਖ ਵਾਕ ਬਚਨ ਨੇ। ਇਹ ਕਲਗੀਧਰ ਪਾਤਸ਼ਾਹ ਜੀ ਦੇ ਤੇ ਦਸੇ ਸਰੂਪ ਆਪਾਂ ਕਹਿੰਦੇ ਆ ਵੀ ਇਹ ਇੱਕ ਹੀ ਜੋਤ ਹੈ, ਇੱਕ ਜੋਤ ਹੈ। ਤੇ ਇਹਦਾ ਅਰਥ ਹੈ ਫਿਰ ਸ਼ੰਕੇ ਦੀ ਗੁੰਜਾਇਸ਼ ਬਿਲਕੁਲ ਨਹੀਂ ਰਹਿ ਜਾਂਦੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣੇ ਉੱਪਰ ਕਿਰਪਾ ਕੀਤੀ। ਫਿਰ ਮੈਨੂੰ ਗੁਰਮੁਖਾਂ ਨੇ ਦੱਸਿਆ ਸੀ ਕਿ ਭਾਈ ਜਤਿੰਦਰ ਸਿੰਘ ਜੀ ਉੱਥੋਂ ਸੰਥਿਆ ਪ੍ਰਾਪਤ ਕਰਕੇ ਆਏ। ਬੜੀ ਖੁਸ਼ੀ ਦੀ ਗੱਲ ਹੈ। ਸੰਥਿਆ ਵਾਸਤੇ ਸਾਧ ਸੰਗਤ ਜੀ ਸਮਾਂ ਕੱਢਣਾ ਪੈਂਦਾ, ਆਪਾਂ ਨੂੰ ਸਮਾਂ ਬਣਾਉਣਾ ਪੈਂਦਾ, ਸਮੇਂ ਨੂੰ ਤਰਤੀਬ ਦੇਣੀ ਪੈਂਦੀ ਹੈ। ਉਵੇਂ ਆਪਾਂ ਕਹਿੰਦੇ ਜੀ ਬੜੀ ਬਿਜੀ ਲਾਈਫ ਹੈ ਜੀ, ਇਹ ਕਿਵੇਂ ਕੀਤਾ ਜਾਏ ਜੀ, ਮੇਰੇ ਕੋਲ ਟਾਈਮ ਨਹੀਂ ਹੈਗਾ। ਗੁਰਮੁਖੋ ਹੁਣੇ ਬੰਦੇ ਦਾ ਸਰੀਰ ਢਿੱਲਾ ਹੋ ਜਾਏ ਤੇ ਡਾਕਟਰ ਕੋਲ ਜਾਣ ਦਾ ਟਾਈਮ ਉਸੇ ਵੇਲੇ ਬਣ ਜਾਂਦਾ। ਸਾਡੇ ਸ਼ਡਿਊਲ 'ਚ ਨਹੀਂ ਹੁੰਦਾ, ਸਕੈਚੂਅਲ ਸਾਡੇ 'ਚ ਬਿਲਕੁਲ ਨਹੀਂ ਹੁੰਦਾ ਵੀ ਸਾਨੂੰ ਸ਼ਾਇਦ ਜਾਣਾ ਵੀ ਪੈਣਾ, ਪਰ ਚੱਲ ਜਾਂਦੇ ਨਾ ਬੰਦੇ। ਇਸੇ ਕਰਕੇ ਸੰਥਿਆ ਲਈ ਵੀ ਸਮਾਂ ਕੱਢਣਾ ਚਾਹੀਦਾ। ਬਿਲਕੁਲ ਮੈਂ ਕਿਤੇ ਗਿਆ ਸੀ ਅਮਰੀਕਾ ਤੇ ਉਹ ਉੱਥੇ ਕੁਦਰਤੀ ਮੈਂ ਜੇ ਮੇਰਾ ਟਾਈਮ ਨਹੀਂ ਸੀ ਹੋਇਆ ਬੈਠੇ ਤੇ ਉਹ ਕਹਿ ਰਹੇ ਇੱਕ ਗੁਰਮੁਖ ਪਿਆਰੇ ਵੀ ਲਓ ਜੀ ਸਾਨੂੰ ਤਾਂ ਡਰਾ ਹੀ ਇੰਨਾ ਦਿੱਤਾ ਬਾਬਿਆਂ ਨੇ, ਇਹ ਸਾਡੇ ਬੱਚਿਆਂ ਨੂੰ ਮਾਰੇ ਲਾਗੇ ਨਹੀਂ ਆਉਣ ਦਿੰਦੇ। ਕਹਿੰਦੇ ਪਰੇ ਹੋ ਜਾ ਤੂੰ, ਝੂਠੇ ਹੱਥ ਤੇਰੇ ਉਹ ਹੋ ਜਾਏਗਾ। ਬੱਚਾ ਲਿਆਓ ਤੁਸੀਂ 5 ਸਾਲ ਦਾ 6 ਸਾਲ ਦਾ, ਉਹਨੂੰ ਤਾਬਿਆ ਬਿਠਾਓ, ਉਹਨੂੰ ਦੱਸੋ ਵੀ ਰੁਮਾਲਾ ਲੈ ਕੇ ਕਾਕਾ ਹੁਕਮਨਾਮਾ ਲੈ। ਚਲੋ ਉਹਨਾਂ ਨੇ ਬੋਲਿਆ, ਮਗਰੋਂ ਮੇਰਾ ਸਮਾਂ ਸੀ, ਮੈਂ ਬੇਨਤੀ ਕੀਤੀ, ਮੈਂ ਕਿਹਾ ਗੁਰਮੁਖੋ ਇਹ ਤੁਸੀਂ 7 ਸਾਲ ਦਾ 10 ਸਾਲ ਦਾ ਬੱਚਾ ਲਿਆ ਕੇ ਹੁਕਮਨਾਮਾ ਲੈਣਾ ਬਹੁਤ ਚੰਗੀ ਗੱਲ ਹੈ, ਪਰ ਪਹਿਲਾਂ ਬੱਚੇ ਨੂੰ ਇਹ ਤਾਂ ਦੱਸੋ ਵੀ ਮਹਾਰਾਜ ਤਾਬਿਆ ਬੈਠੀ ਦਾ ਕਿਵੇਂ ਹੈ। ਇਹ ਹੁਕਮਨਾਮਾ ਲੈਣਾ ਤੇ ਲਗਾ ਮਾਤਰਾ ਦਾ ਵੀ ਕੋਈ ਮੁੱਲ ਕੋਈ ਮਹਾਤਮਾ ਇਹਦਾ। ਮੈਂ ਕਿਹਾ ਸੱਚ ਸਕਾ ਪਿਤਾ ਆਪਣੇ ਸਕੇ ਪੁੱਤਰ ਨੂੰ ਗੱਡੀ ਨਹੀਂ ਫੜਾਉਂਦਾ ਜਿੰਨੀ ਦੇਰ ਉਹ ਸਿੱਖ ਨਾ ਲਵੇ। ਕਹਿੰਦਾ ਜਾਂ ਆਪ ਮਰੇਗਾ ਜਾਂ ਮਾਰੇਗਾ ਕਿਸੇ ਨੂੰ। ਜਿੰਨੀ ਦੇਰ ਮਾਂ ਆਪਣੀ ਬੇਟੀ ਨੂੰ ਪ੍ਰਸ਼ਾਦਾ ਗੋਲ ਕਰਨਾ ਸਿਖਾਉਂਦੀ ਨਹੀਂ ਤੇ ਉਹ ਕਈ ਤਰ੍ਹਾਂ ਦੀਆਂ ਨੁਕਰਾਂ ਪ੍ਰਸ਼ਾਦੇ ਦੀਆਂ ਕੱਢੀ ਜਾਂਦੀ। ਸਿੱਖਣਾ ਪੈਂਦਾ ਪ੍ਰਸ਼ਾਦਾ ਗੋਲ ਕਿਵੇਂ ਕਰੀਦਾ, ਦਾਲ ਸਬਜ਼ੀ ਬਣਾਉਣੀ ਸਿੱਖਣੀ ਪੈਂਦੀ ਹੈ, ਹਰ ਇੱਕ ਚੀਜ਼ ਦੇ ਲੈਸਨ ਲੈਣੇ ਪੈਂਦੇ ਆ। ਤੇ ਫਿਰ ਸਾਰੀਆਂ ਚੀਜ਼ਾਂ ਆਪਾਂ ਪੜ੍ਹ ਕੇ ਸਿੱਖ ਕੇ ਸਮਾਂ ਕੱਢ ਕੇ ਤੇ ਉਹਦੇ ਵਿੱਚ ਮਹਾਰਤ ਹਾਸਲ ਕਰ ਸਕਦੇ ਹਾਂ। ਤੇ ਬਾਣੀ ਬਿਨਾਂ ਸਿੱਖਿਆ ਹੀ ਆ ਜਾਏਗੀ। ਇਹਦਾ ਮਤਲਬ ਤੁਸੀਂ 7 ਸਾਲ ਦਾ ਬੱਚਾ ਲਿਆਂਦਾ ਤੇ ਉਹਨੂੰ ਆਖੋ ਕਿ ਲਾਰ ਮਾਲਾ ਤੇ ਲੈ ਹੁਕਮਨਾਮਾ। ਹੁਕਮਨਾਮਾ ਦਾ ਜਿਹਨੇ ਟ੍ਰਿਪਲ MA ਕੀਤੀ ਆ ਬਿਨਾਂ ਸਿਖਾਏ ਤੋਂ ਨਹੀਂ ਲੈ ਸਕਦਾ ਮਹਾਰਾਜ ਜੀ ਦਾ। ਇੱਕ ਵਿਸ਼ਰਾਮ ਆਪਾਂ ਅੱਗੇ ਪਿੱਛੇ ਕਰ ਦਿਆਂਗੇ ਤੇ ਅਰਥ ਦਾ ਅਨਰਥ ਹੋ ਜਾਂਦਾ। ਅਰਥ ਤੁਸੀਂ ਸਾਰੇ ਗੁਰਮੁਖ ਬੈਠੇ ਬਾਣੀ ਮੈਂ ਤਾਂ ਬੇਨਤੀ ਕੀਤੀ ਵੀ ਜੇ ਉਹ ਗੁਰਮੁਖ ਸੰਥਿਆ ਕਰਕੇ ਆਏ ਤਾਂ ਉਹਨਾਂ ਤੋਂ ਲਾਹਾ ਲਓ, ਸਮਾਂ ਕੱਢੋ, ਫਿਰ ਤੁਸੀਂ ਮਹਾਰਾਜ ਦੀ ਬਾਣੀ ਪੜ੍ਹਨੀ ਸਿੱਖੋ। ਹੁਣ ਇੱਕ ਵਿਸ਼ਰਾਮ ਆਪਾਂ ਲੈਨੇ, ਮੰਨ ਲਓ ਸਵਈਆਂ ਦਾ ਪਾਠ ਹੈ, ਸਾਰੀ ਬਾਣੀ ਮਹਿੰਗੀ ਹੈ ਸਵਈਆਂ ਦੀ, ਪਰ ਇੱਕ ਵਿਸ਼ਰਾਮ ਜੇ ਅੱਗੇ ਪਿੱਛੇ ਕਰਦੀ ਹੈ ਨਾ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਪੰਕਤੀ ਨਾ ਮਹਾਰਾਜ ਦੀ ਬਾਣੀ ਦੀ। ਜੇ ਆਪਾਂ ਨੂੰ ਇਹ ਪਤਾ ਨਾ ਹੋਵੇ ਵੀ ਇਹ ਆਪਾਂ ਖੜਨਾ ਕਿੱਥੇ ਹੈ, ਇਹਦਾ ਵਿਸ਼ਰਾਮ ਕਿੱਥੇ ਹੈ, ਗੁਰ ਅਰਜਨ ਘਰ ਕੋਈ ਅੱਖਰ ਅੱਗੇ ਪਿੱਛੇ ਨਹੀਂ ਆਪਾਂ ਕਰਾਂਗੇ, ਕੋਈ ਲਗ ਮਾਤਰ ਨਹੀਂ ਫਰਕ ਪਾਵਾਂਗੇ, ਸਿਰਫ ਇੱਕ ਵਿਸ਼ਰਾਮ ਨਾਲ ਦੇਖਿਓ ਤੁਸੀਂ ਬਣ ਕੀ ਜਾਂਦਾ ਜੇ ਸਿਖਾਇਆ ਨਹੀਂ ਆਪਾਂ ਨੂੰ ਕਿਸੇ ਨੇ। ਤਾਂ ਪਾਠ ਹੈਗਾ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਖੜ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਘਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਵਤਾਰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰੇ ਹੋਇਆ ਮਹਾਰਾਜ ਜੀ ਦਾ, ਉਹ ਭਗਤੀ ਦਾ ਅਵਤਾਰ ਨੇ। ਤੇ ਜੇ ਮੰਨ ਲਓ ਆਪਾਂ ਨੂੰ ਵਿਸ਼ਰਾਮ ਨਹੀਂ ਆਉਂਦਾ, ਆਪਾਂ ਅੱਗੇ ਪਿੱਛੇ ਕਰਤਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ, ਕੋਈ ਅਰਥ ਦਾ ਫਰਕ ਤਾਂ ਨਹੀਂ ਪਾਇਆ ਅੱਖਰ ਦਾ, ਸਿਰਫ ਇੱਕ ਵਿਸ਼ਰਾਮ ਦਾ ਫਰਕ ਪੈ ਗਿਆ। ਤੇ ਦੇਖੋ ਬਣ ਕੀ ਗਿਆ, ਪਾਪ ਹੀ ਹੋ ਗਿਆ ਸਿੱਧਾ ਅਰਥ ਦਾ ਅਨਰਥ। ਗੁਰ ਅਰਜਨ ਘਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰੇ ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ, ਪਰ ਏਦਾਂ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਦੇ ਘਰੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਵਤਾਰ ਹੋਇਆ। ਅਰਥ ਇਹ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਚੱਲਦੀ ਪੰਕਤੀ 'ਚ ਆਪਾਂ ਖੜਨਾ ਕਿੱਥੇ ਹੈ, ਇਹ ਵਿਸ਼ਰਾਮ ਇਹਦਾ ਕਿੱਥੇ ਲੱਗਦਾ। ਅਰਥ ਨਾਲ ਤਾਂ ਨਹੀਂ ਕੋਈ ਫਰਕ ਪੈ ਗਿਆ ਕੋਈ। ਹੁਣ ਮੰਨ ਲਓ ਲਿਖਿਆ ਨਾਨਕ ਏਵੈ ਜਾਣੀਐ ਸਭ ਆਪੇ, ਨਾਨਕ ਏਵੈ, ਤੇ ਜੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਈੜੀ ਨੂੰ ਤੇ ਲੱਗੀ ਇਕਲਾਂ ਤੇ ਅੱਗਿਓਂ ਵਵੇ ਨੂੰ ਦੋ ਨੇ, ਤੇ ਦੋ ਦਾ ਕੀ ਅਰਥ ਹੈ, ਦੋ ਨਾਲ ਕੋਈ ਉਚਾਰਨ ਬਦਲੇਗਾ ਤਾਂ ਹੀ ਦੋ ਨਾ। ਤੇ ਜੇ ਉਹਨੂੰ ਆਪਾਂ ਪੜ੍ਹੀਏ ਨਾਨਕ ਏਵੇ ਜਾਣੀਏ ਤਾਂ ਕੀ ਬਣਿਆ, ਤੇ ਕਈ ਤਾਂ ਮੇਰੇ ਵਰਗੇ ਐਵੇਂ ਜਾਣੀਏ ਕਹੀ ਜਾਂਦੇ, ਉਹ ਅਰਥ ਦਾ ਅਨਰਥ ਹੋ ਗਿਆ ਨਾ। ਕਹਿਣ ਤੋਂ ਭਾਵ ਇਹ ਗੁਰਮੁਖੋ ਸਮਾਂ ਬਣਾਉਣਾ ਪੈਂਦਾ, ਇਹ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਣੀ ਪੈਂਦੀ। ਹਾਂ, ਇਹ ਮੇਰਾ ਇੱਕ ਆਪ ਦਾ ਨਿੱਜੀ ਤਜਰਬਾ ਵੀ ਹੈ ਔਰ ਇਹ ਮੇਰੀ ਸੋਚ ਵੀ ਹੈ ਵੀ ਜਦੋਂ ਆਪਾਂ ਅਰਦਾਸ ਕਰਕੇ ਸੰਥਿਆ ਕਰਨ ਲਈ ਬਹਿੰਦੇ ਹਾਂ ਤੇ ਅਰਦਾਸ ਕਰਕੇ ਉੱਠਦੇ ਹਾਂ ਤੇ ਫਿਰ ਸਿੱਖਿਆ ਘੱਟ ਤੇ ਗੁਰੂ ਦੀ ਕਿਰਪਾ ਨਾਲ ਜ਼ਿਆਦੀ ਆ ਜਾਂਦੀ ਹੈ।
ਫਿਰ ਸਿੱਖਣ ਲਈ ਉਨੀ ਮਿਹਨਤ। ਮੰਨ ਲਓ ਤੁਸੀਂ 1 ਘੰਟਾ ਰੋਜ਼ ਸਮਾਂ ਕੱਢਿਆ ਤੇ 1 ਘੰਟੇ ਦਾ ਮੇਰੇ ਅੰਦਾਜ਼ੇ ਨਾਲ ਫਿਰ ਫਲ ਮਹਾਰਾਜ ਜੀ 5 ਘੰਟਿਆਂ ਵਰਗਾ ਦੇਣਗੇ ਜੇ ਭਾਵਨਾ ਨਾਲ ਮੱਥਾ ਟੇਕ ਕੇ ਸਿੱਖਣ ਬੈਠੇ ਆ। ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਅੰਦਰੋਂ ਵੀ ਪਤਾ ਲੱਗਦਾ ਜਾਂਦਾ ਵੀ ਇਹਦਾ ਉਚਾਰਨ ਕਿਵੇਂ ਹੋਵੇਗਾ, ਇਹਦਾ ਵਿਸ਼ਰਾਮ ਕਿੱਥੇ ਲੱਗੇਗਾ, ਇਹਦੀ ਲਾਗ ਮਾਤਰ। ਫਿਰ ਵੀ ਸਾਰੀ ਸੰਥਿਆ ਕਰਨ ਤੋਂ ਬਾਅਦ ਵੀ ਸਾਧ ਸੰਗਤ ਜੀ ਹੱਥ ਜੋੜਨੇ ਪੈਂਦੇ, ਮਹਾਰਾਜ ਕੋਈ ਭੁੱਲ ਹੋਵੇ ਤੁਸੀਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ, ਮੈਂ ਅਲਪੱਗ ਜੀਵ ਹਾਂ ਤੇ ਤੁਸੀਂ ਤਾਂ ਨਿਰੰਕਾਰ ਜੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਮੇਰੇ ਕੋਲ ਕੋਈ ਭੁੱਲ ਹੋ ਸਕਦੀ ਹੈ। ਇਸ ਲਈ ਇਹ ਵੀ ਇੱਕ ਸੁਨਹਿਰੀ ਸਮਾਂ, ਇੱਕ ਸੁਭਾਗਾ ਸਮਾਂ ਆਪਾਂ ਕਹਿ ਸਕਦੇ ਹਾਂ ਵੀ ਜੇ ਆਪਾਂ ਨੂੰ ਕੋਈ ਗੁਰਮੁਖ ਪਿਆਰਾ ਮਿਲ ਜਾਂਦਾ ਜਿਹੜਾ ਆਪਾਂ ਨੂੰ ਬਾਣੀ ਦੀ ਦਸਮ ਬਾਣੀ ਦੀ ਸੰਥਿਆ ਦੇ ਸਕਦਾ, ਜਿਹੜਾ ਆਪਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਾ ਸਕਦਾ, ਜਿਹੜਾ ਆਪਾਂ ਨੂੰ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਪੜ੍ਹਾ ਸਕਦਾ ਹੋਵੇ, ਜਿਹੜਾ ਸਾਨੂੰ ਜਫਰਨਾਮੇ ਦੀ ਸੰਥਿਆ ਦੇ ਸਕਦਾ ਹੋਵੇ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ। ਤੁਸੀਂ ਸਾਰੇ ਗੁਰਮੁਖ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਹੈ, ਕੀਰਤਨ ਹੋਇਆ, ਕਥਾ ਵਿਚਾਰ ਹੋਈ। 550 ਸਾਲਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਆ ਰਿਹਾ, ਉਹਦੇ ਵਾਸਤੇ ਵੀ ਥਾਵਾਂ ਥਾਵਾਂ ਦੇ ਸਮਾਗਮ ਹੋ ਰਹੇ ਨੇ। ਆਪਾਂ ਵੀ ਜਿਵੇਂ ਹੋ ਸਕਦਾ ਤਨ ਮਨ ਧਨ ਕਰਕੇ ਉਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਿਆ ਕਰੀਏ। ਸਾਡੀ ਵੀ ਹਾਜ਼ਰੀ ਉੱਥੇ ਲਾ ਕੇ, ਭਾਵੇਂ ਪ੍ਰਕਾਸ਼ ਤਾਂ ਮਹਾਰਾਜ ਦਾ ਹਰ ਸਾਲ ਹੀ ਆਉਂਦਾ, ਪਰ ਇਹ ਅਰਧ ਸ਼ਤਾਬਦੀ ਹੈ, ਸ਼ਤਾਬਦੀ 600 ਸਾਲ ਨੂੰ ਜਾ ਕੇ ਹੋਵੇਗੀ। ਅੱਜ ਤੋਂ 50 ਸਾਲ ਬਾਅਦ ਕੁਝ ਸਰੀਰ ਹੋਣਗੇ, ਕੁਝ ਨਹੀਂ ਹੋਣਗੇ, ਕੁਝ ਦੇਖ ਸਕਣਗੇ, ਕੁਝ ਨਹੀਂ ਦੇਖ ਸਕਣਗੇ ਫਿਰ ਉਸ ਨੂੰ। ਇਸ ਲਈ ਜਦੋਂ ਇਹ ਵੱਡਾ ਗੁਰਪੁਰਬ ਆ ਜਾਂਦਾ ਨਾ, ਗੁਰਪੁਰਬ ਨੂੰ ਚਾਅ ਤੇ ਉਤਸ਼ਾਹ ਨਾਲ ਮਨਾਉਣਾ ਸਾਡੀ ਡਿਊਟੀ ਬਣ ਜਾਂਦੀ, ਸਾਡੇ ਭਲੇ ਵਾਸਤੇ। ਇਹ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਆ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਓ ਭਗਤ ਗੁਰ ਪੁਰਬ ਕਰੰਦੇ। ਕਹਿੰਦੇ ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਕੁਰਬਾਨ ਜਾਨਾ, ਬਲਹਾਰ ਜਾਨਾ, ਸਦਕੇ ਜਾਨਾ ਜਿਹੜੇ ਪ੍ਰੇਮ ਨਾਲ ਗੁਰਪੁਰਬ ਮਨਾਉਂਦੇ ਆ। ਗੁਰਪੁਰਬ ਕਿਉਂਕਿ ਅੱਜ ਵੀ ਇੱਕ ਦਿਹਾੜਾ ਮਨਾਇਆ ਗਿਆ ਨਾ, ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਗਈ। ਹੁਣ ਸਾਡੇ ਵੀਰ ਤਾਂ ਕਹਿੰਦੇ ਜੀ ਵੀ ਉਹ ਨਾ ਜੀ ਨਾ, ਆਪਾਂ ਸੰਗਰਾਂਦ ਵੀ ਨਹੀਂ ਮਨਾਉਣੀ, ਮੱਸਿਆ ਵੀ ਨਹੀਂ ਹੈਗੀ, ਅੰਮ੍ਰਿਤ ਵੇਲੇ ਦਾ ਵੀ ਕੋਈ ਮਤਲਬ ਨਹੀਂ ਰਹਿ ਗਿਆ, ਬਾਣੀ ਉਹ ਤਾਂ ਸਾਰਾ ਕੁਝ ਹੀ ਫਿਰ ਖੰਡਣ। ਕੋਈ ਵੀ ਦਿਹਾੜਾ ਗੁਰਪੁਰਬ ਆਪਾਂ ਮਨਾਉਂਦੇ ਆ ਗੁਰਮੁਖੋ, ਤੇ ਜੇ ਉੱਥੇ ਗੁਰੂ ਕੀ ਬਾਣੀ ਪੜ੍ਹੀ ਜਾਂਦੀ ਹੈ, ਕੀਰਤਨ ਹੁੰਦਾ, ਕਥਾ ਹੁੰਦੀ, ਉਹ ਜ਼ਹਿਰ ਨਹੀਂ, ਉਹ ਅੰਮ੍ਰਿਤ ਹੈ, ਉਹ ਸਾਡੇ ਭਲੇ ਵਾਸਤੇ ਹੈ। ਤੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ, ਜਿਹੜੇ ਉਹਨਾਂ ਦਿਹਾੜਿਆਂ ਨੂੰ ਪੁਰਬਾਂ ਨੂੰ ਮਨਾਉਣ ਵਾਲੇ ਗੁਰੂ ਕੇ ਸਿੱਖ। ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਨਾ, ਸਦਕੇ ਜਾਨਾ, ਕੁਰਬਾਨ ਜਾਨਾ ਗੁਰਮੁਖੋ, ਜਿਹੜੇ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਨਾਲ ਸੰਬੰਧਿਤ ਪੁਰਬਾਂ ਨੂੰ ਮਨਾਉਂਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਸੇ ਤਰ੍ਹਾਂ ਮਹਾਰਾਜ ਜੀ ਦੀ ਕਿਰਪਾ ਸਾਧ ਸੰਗਤ ਜੀ ਆਪਣੇ ਸਾਰਿਆਂ ਉੱਪਰ ਹੋਈ ਰਹੇ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਆਪਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ, ਕਿਉਂਕਿ ਜੋੜਿਆ ਸਤਿਗੁਰੂ ਜੀ ਨੇ ਆਪਾਂ ਨੂੰ ਪਰਮੇਸ਼ਰ ਨਾਲ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਸ਼ਬਦ ਦੀ ਸਾਧ ਸੰਗਤ ਜੀ ਵਲਗਣ ਵਿੱਚ ਆਪਾਂ ਰਹਿਣਾ ਹੁੰਦਾ, ਸ਼ਬਦ ਦੇ ਪ੍ਰਕਾਸ਼ ਵਿੱਚ ਆਪਾਂ ਜੀਣਾ। ਸ਼ਬਦ ਦੇ ਕਿਉਂ, ਸ਼ਬਦਾਰਥ ਬ੍ਰਹਮ ਵੀ ਹੈ, ਸਰਵ ਵਿਆਪੀ ਵੀ ਹੈ, ਰੱਖਿਅਕ ਵੀ ਹੈ। ਸ਼ਬਦਾਰਥ ਸਾਧ ਸੰਗਤ ਜੀ ਇੱਕ ਚਾਰ ਦੀਵਾਰੀ ਵੀ ਹੈ, ਜਿਸ ਦੇ ਅੰਦਰ ਜਿਸ ਦੀ ਰੌਸ਼ਨੀ ਸ਼ਬਦਾਰਥ ਪ੍ਰਕਾਸ਼ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪ੍ਰਕਾਸ਼ ਸਰੂਪ ਨੇ। ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਆ ਰਿਹਾ ਨਾ, ਤੇ ਆਪਾਂ ਕਹਿੰਦੇ ਆ ਜੀ ਮਹਾਰਾਜ ਜੀ ਦਾ ਜਨਮ ਦਿਨ ਜਾਂ ਮਹਾਰਾਜ ਜੀ ਦਾ ਅਵਤਾਰ ਪੁਰਬ ਆ ਗਿਆ। ਇਹ ਚਲੋ ਸਤਿਕਾਰ ਵਾਸਤੇ ਆਪਾਂ ਕਹਿ ਸਕਦੇ, ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਅਸਲ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੋਇਆ ਪ੍ਰਕਾਸ਼। ਪ੍ਰਕਾਸ਼ ਹੋਇਆ, ਮਹਾਰਾਜ ਜੀ ਪ੍ਰਗਟ ਹੋਏ ਨੇ, ਪ੍ਰਗਟ ਹੋਏ। ਭਾਈ ਗੁਰਦਾਸ ਜੀ ਨੇ ਆਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚ। ਪ੍ਰਗਟ ਦਾ ਅਰਥ ਹੈ ਜਿਹੜਾ ਸਦੀਵੀ ਹੈ, ਸਦੀਵੀ। ਜਨਮ ਜਿਹੜਾ ਇਹ ਕਰਮਾਂ ਅਧੀਨ ਹੁੰਦਾ। ਅਵਤਾਰ ਦਾ ਲੈਣਾ, ਇਹ ਅਵਤਾਰ ਸਾਧ ਸੰਗਤ ਜੀ ਕਿਸੇ ਵਿਸ਼ੇਸ਼ ਕਾਰਜ ਵਾਸਤੇ ਆਏ ਹੁੰਦੇ। ਇਸੇ ਕਰਕੇ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ, ਉਹ ਅਵਤਾਰ ਨਹੀਂ। ਇਹ ਯਾਦ ਰੱਖਣਾ। ਗੁਰੂ ਪਾਤਸ਼ਾਹ ਜੀ ਆਪਾਂ ਕਹਿੰਦੇ ਆ, ਲਫ਼ਜ਼ ਵਰਤ ਲੈਂਦੇ, ਕੋਈ ਗੱਲ ਨਹੀਂ, ਕੋਈ ਪਾਪ ਨਹੀਂ, ਪਰ ਮਹਾਰਾਜ ਜੀ ਅਵਤਾਰ ਨਹੀਂ ਹੈਗੇ, ਨਬੀ ਨਹੀਂ ਹੈ, ਰਸੂਲ ਨਹੀਂ ਹੈਗੇ, ਪੈਗੰਬਰ ਨਹੀਂ ਮਹਾਰਾਜ, ਉਸਤਾਦ ਨਹੀਂ ਗੇ, ਅਵਤਾਰ ਨਹੀਂ ਮਹਾਰਾਜ। ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਿਉਂ? ਕਿਉਂਕਿ ਅਵਤਾਰ ਦੀ ਕੁਝ ਡਿਊਟੀ ਹੋਰ ਹੁੰਦੀ ਹੈ। ਪੈਗੰਬਰਾਂ ਦਾ, ਰਸੂਲਾਂ ਦਾ, ਨਬੀਆਂ ਦਾ ਆਪਣਾ ਕਰਮ ਹੈ, ਬਹੁਤ ਸੁੱਚਾ ਤੇ ਉੱਚਾ ਹੈ, ਪਰ ਉਹ ਸਾਧ ਸੰਗਤ ਜੀ ਆਪਣੇ ਵੱਡਿਆਂ ਦੇ ਰਸਤੇ ਨੂੰ ਅੱਗੇ ਦੱਸਦੇ ਨੇ, ਦਰਸਾਉਂਦੇ ਨੇ। ਕੋਈ ਉਹਨਾਂ ਦੀ ਉਮਤ ਵਿੱਚੋਂ ਉਹਨਾਂ ਦੇ ਵੱਡਿਆਂ ਦਾ ਦੱਸਿਆ ਹੋਇਆ ਰਸਤਾ ਭਟਕ ਜਾਂਦਾ, ਭੁੱਲ ਜਾਂਦਾ, ਤੇ ਉਹਨੂੰ ਉਹ ਖਿੱਚ ਕੇ ਲੈ ਕੇ ਵਾਪਸ ਆਉਂਦੇ ਆ। ਇਹ ਉਹਨਾਂ ਦੀ ਡਿਊਟੀ ਹੈ। ਮਹਾਰਾਜ ਜੀ ਨੇ ਇੱਕ ਨਵਾਂ ਸਾਧ ਸੰਗਤ ਜੀ ਰਸਤਾ ਸਾਨੂੰ ਦਿੱਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੈ। ਚੱਲਦੇ ਉੱਪਰ ਨਹੀਂ ਤੋਰਿਆ, ਚੱਲਦੇ ਤੋਂ ਵੱਖ ਕੀਤਾ ਮਹਾਰਾਜ ਜੀ ਨੇ। ਤਾਂ ਮਹਾਰਾਜ ਨੇ ਆਖਿਆ ਜਬਰਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤੇ। ਖਾਲਸਾ ਕਹਿੰਦੇ ਮੇਰਾ ਨਿਆਰਾ ਹੈ। ਉਹ ਜਿੱਧਰ ਜਗਤ ਚੱਲ ਰਿਹਾ ਸੀ ਭੇਡਾ ਚਾਲ, ਉਧਰੋਂ ਵੱਖਰੇ ਕਰਕੇ ਕਲਗੀਧਰ ਪਾਤਸ਼ਾਹ ਨੇ ਬਾਂਹ ਖਿੱਚ ਕੇ ਫੜ ਕੇ ਸਾਨੂੰ ਇੱਕ ਵੱਖਰਾ ਮਾਰਗ ਦਿੱਤਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਸੀ। ਉਹ ਪੰਥ ਚਲਾਇਆ। ਪੰਥ ਦੀ ਵੱਖਰੀ ਨਿਆਰੀ ਆਪਣੀ ਹਸਤੀ ਹੈ।
ਸਾਡਾ ਆਪਣਾ ਇਸ਼ਟ ਹੈ, ਸਾਡੀ ਆਪਣੀ ਉਪਾਸਨਾ, ਸਾਡੀ ਆਪਣੀ ਜੀਵਨ ਜਾਚ ਹੈ। ਇਸ ਕਰਕੇ ਸਾਧ ਸੰਗਤ ਜੀ ਖਾਲਸਾ ਜਿਹੜਾ ਇਹ ਸਾਰਿਆਂ ਤੋਂ ਨਿਆਰਾ ਤੇ ਚੜ੍ਹਦੀ ਕਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜੇ ਆਪਾਂ ਨੂੰ ਕੋਈ ਪੁੱਛੇ ਵੀ ਆਪਾਂ ਨੂੰ 10 ਸਰੂਪਾਂ 'ਚ ਕੀ ਦਿੱਤਾ ਜੀ ਮਹਾਰਾਜ ਸਾਹਿਬ ਜੀ ਨੇ, ਅਸੀਂ ਇੱਕ ਗੱਲ ਦੇ ਵਿੱਚ ਇੱਕ ਅੱਧੀ ਪੰਕਤੀ ਵਿੱਚ ਸਾਧ ਸੰਗਤ ਜੀ ਗੱਲ ਨਿਬੇੜ ਸਕਦੇ ਹਾਂ ਵੀ ਮਹਾਰਾਜ ਨੇ ਆਖਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਹ ਸਿਧਾਂਤ ਆਪਾਂ ਨੂੰ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਹ ਚੜ੍ਹਦੀ ਕਲਾ ਦਿੱਤੀ ਹੈ, ਪਰ ਚੜ੍ਹਦੀ ਕਲਾ ਹੈ ਕਿਵੇਂ? ਨਾਮ ਕਰਕੇ। ਇਹਦੇ ਪਿੱਛੇ ਨਾਮ ਦੀ ਕਲਾ ਤੇ ਫਿਰ ਚੜ੍ਹਦੀ ਕਲਾ। ਸੋ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਆਪਣੇ ਉੱਪਰੋਂ ਕਿਰਪਾ ਕੀਤੀ। ਇਸੇ ਤਰ੍ਹਾਂ ਹੀ ਕਿਰਪਾ ਕਲਗੀਧਰ ਪਾਤਸ਼ਾਹ ਜੀ ਦੀ ਹੋਈ ਰਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਰਿਆਂ ਦੇ ਸੀਸ ਉੱਪਰ ਮਿਹਰ ਭਰੇ ਹੱਥ ਰੱਖਣ ਤੇ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਾ ਕੇ ਆਪਾਂ ਆਪਣੇ ਜਨਮ ਦੇ ਸਵਾਸਾਂ ਸਮੇਂ ਨੂੰ ਸਫਲਾ ਕਰ ਸਕੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਾਰੀਆਂ ਖਾਲਸਾ ਫੌਜਾਂ ਦਾ ਜੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ